बिन मुक्त न पावै। गुरु कर सच विचार, गुरु कर रे मन मेरे। गुरु कर शब्द सुपन, अघन कटे सब तेरे। गुरु नैन बैन, गुरु गुरु करो। गुरु सत कवनल कहै, जिन गुरु ना देखियो नह कियो। ते अज्ञात संसार में, जिन गुरु ना देखियो, जिन गुरु ना देखियो नह कियो। ते अज्ञात संसार में, गुरु गुरु कर मन मोर। गुरु बिना मैं नाही होर। गुरु बिना गुरु बिना, गुरु बिना मैं नाही होर। जे सौ चंदा उगवै, सूरज चढ़े हजार। इते चानण होंदिया, गुर बिन घोर अंधार। इते चानण होंदिया, गुर बिन घोर अंधार। वाहिगुरु साहिब जियो, सुनिया ईश्वर ब्रह्मा इंद। सुनिया मुख सलाहण मंद। सुनिया जोग जुगत तन भेद। सुनिया शास्त्र सिमरत वेद। नानक भगता सदा विगास। सुनिया दुख पाप का नाश। नानक भगता सदा विगास। नानक भगता सदा विगास। सुनिया दुख पाप का नाश। वाहिगुरु जी का खालसा, वाहिगुरु जी की फतेह। परम सत्कारयोग पतित पावन भगत वछल जगदी जोत, चवर छतर तख्त दे मालक, मौके दे मालक पातशाह हाजर नाजर सतगुरु ज़ाहिरा ज़हूर हाजरा हजूर सरकलां भरपूर। दसां ही पातशाहियां की आत्मक जोत, तन तन सतगुरु साहिब श्री गुरु ग्रंथ साहिब जी दे सन्मुख हजूर जुड़ बैठे बड़भागी सतसंगियो। बड़भागी हर संगत पावै, भाग श्री परम चोटा खावै। दिन भागा सतसंग न लुभै, बिन संगत मैल परिजै जीव। वड्डा तरस करते हैं सतगुरु जी, इस संसार के महान वड्डे माया के पसारे विचों आप शुभ प्रेरणा दे के इस मन
ਇੱਦਾਂ ਕਦਮਾਂ ਰਾਹੀਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ, ਸੰਗਤ ਦੇ ਦਰਸ਼ਨ ਦੀਦਾਰੇ, ਇਹਨਾਂ ਸਰਵਣਾਂ ਰਾਹੀਂ ਸਤਿਗੁਰਾਂ ਦੀ ਪਵਿੱਤਰ ਬਾਣੀ, ਨੇਤਰਾਂ ਰਾਹੀਂ ਸਤਿਗੁਰਾਂ ਦੇ ਸੰਗਤ ਦੇ ਦਰਸ਼ਨ, ਭਾਵ ਸਮੁੱਚਾ ਸਰੀਰ ਹੀ ਪਾਵਨ ਪਵਿੱਤਰ ਇਸ਼ਨਾਨ ਕਰਦਾ ਹੈ, ਤਨ ਤੇ ਮਨ ਰੱਖੇ। ਆਓ ਸਤਿਗੁਰਾਂ ਦੀ ਪਵਿੱਤਰ ਬਾਣੀ ਸ਼੍ਰੀ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ, ਜੋ ਆਪ ਹੀ ਗੁਰੂ ਸਾਹਿਬ ਜੀ ਬਖਸ਼ੀਸ਼ ਕਰ ਰਹੇ ਹਨ, ਤੇ ਦਾਸ ਤੇ ਹਮੇਸ਼ਾ ਹੀ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਮੈਂ ਕੋਈ ਗਿਆਨੀ ਨਹੀਂ, ਕੋਈ ਮਹਾਂਪੁਰਖ ਨਹੀਂ, ਕੋਈ ਵਿਦਵਾਨ ਨਹੀਂ, ਕੋਈ ਸਿਆਣਾ ਨਹੀਂ ਹਾਂ। ਕਮਲਾ ਜਿਹਾ ਸਿੱਖ ਬਣਨ ਦਾ ਜ਼ਰੂਰ ਚਾਹਵਾਨ ਹਾਂ, ਵੀ ਸਿੱਖੀ ਦੀ ਦਾਤ ਮਿਲ ਜਾਏ, ਇੱਕ ਇੱਛਾ ਹੈ ਅੰਦਰ। ਤੁਸੀਂ ਕਿਰਪਾ ਕਰਕੇ ਪਿਆਰ ਨਾਲ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਭੇਜਦੇ ਹਨ, ਗੁਰੂ ਦੀਆਂ ਸਿੱਖ ਸੰਗਤਾਂ ਆਵਾਜ਼ ਮਾਰਦੀਆਂ ਹਨ, ਤੁਹਾਡੇ ਚਰਨ ਝਾੜਨ ਦਾ ਸਮਾਂ ਸਤਿਗੁਰੂ ਜੀ ਬਖਸ਼ਦੇ ਹਨ, ਪਰ ਕੋਈ ਸੋਝੀ ਨਹੀਂ ਹੈ। ਗੁਰੂ ਸਾਹਿਬ ਤਰਸ ਕਰਨ, ਤੁਸੀਂ ਦਇਆ ਕਰੋ, ਸੰਗਤ ਦੇ ਰੂਪ ਵਿੱਚ ਹਮੇਸ਼ਾ ਕਰਦੇ ਹੋ, ਤੇ ਜੋ ਪ੍ਰਸਾਦ ਸੰਗਤ ਨੂੰ ਚਾਹੀਦਾ ਹੈ, ਮੈਂ ਹਮੇਸ਼ਾ ਹੀ ਇਹ ਬੇਨਤੀ ਕਰਦਾ ਵੀ ਮਹਾਰਾਜ ਆਪ ਤਰਸ ਕਰਕੇ, ਕਿਰਪਾ ਕਰਕੇ ਉਹੀ ਪ੍ਰਸਾਦ ਵੰਡੋ ਜਿਸ ਦੀ ਲੋੜ ਹੈ। ਇਸ ਕਮਲੇ ਦੀ ਅਗਿਆਨਤਾ ਦਾ, ਮੂਰਖਤਾ ਦਾ, ਹਉਮੈ ਦਾ ਵਿੱਚ ਰਲਾ ਨਾ ਪੈ ਜਾਏ, ਕਿਤੇ ਮਿਲਾਵਟ ਨਾ ਹੋ ਜਾਏ। ਆਪ ਉਹੀ ਪ੍ਰਸਾਦ ਵੰਡੋ ਜੋ ਚਾਹੀਦਾ ਹੈ। ਅਸੀਸ ਦਿਓ ਅੱਜ ਵੀ ਸੰਗਤ ਦੇ ਰੂਪ ਵਿੱਚ, ਤਾਂ ਕਿ ਸਤਿਗੁਰੂ ਆਪ ਸੂਝ ਬਖਸ਼ ਕੇ ਉਹ ਵਚਨ ਕਰਵਾਉਣ ਜੋ ਲੋੜ ਹੈ। ਰਸਨਾ ਦੀ ਪਵਿੱਤਰਤਾ ਲਈ, ਮਨ ਦੀ ਪੂਰਨ ਇਕਾਗਰਤਾ ਵਾਸਤੇ, ਸਰਬੱਤ ਮਾਈ ਭਾਈ ਗੁਰਸਿੱਖ ਸੰਗਤਾਂ ਇੱਕ ਵਾਰ ਪਿਆਰ ਵਿੱਚ ਆਖੋ ਜੀ ਸਤਿਨਾਮ, ਫਿਰ ਆਖੋ ਜੀ ਸਤਿਨਾਮ। ਵੱਡੀਆਂ ਦਾਤਾਂ ਸੁਣਨ ਦੀਆਂ ਤੇ ਮੰਨਣ ਦੀਆਂ, ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮੇਸ਼ਰ ਸਰੂਪ ਸਤਿਗੁਰੂ ਜੀ ਸਾਨੂੰ ਸਿਖਾ ਰਹੇ, ਵੀ ਭਲਿਆ ਸੁਣਨਾ ਕੀ ਹੈ। ਤੇ ਕੱਲ ਦਾਸ ਨੇ ਬੇਨਤੀ ਕੀਤੀ ਸੀ, ਪਹਿਲਾਂ ਤਾਂ ਕੰਨਾਂ ਦਾ ਹੀ ਹੈ, ਬਾਹਰਲੇ ਜਿਹੜੇ ਕੰਨ ਹਨ ਸਰਵਣ ਦਰਸ਼ਨ ਹਨ, ਪਹਿਲਾਂ ਸਤਿਗੁਰਾਂ ਦੇ ਬਾਣੀ ਰਾਹੀਂ, ਵਾਹਿਗੁਰੂ ਮੰਤਰ ਰਾਹੀਂ ਇਹਨਾਂ ਦੀ ਸਰੋਤ ਥੋੜ੍ਹਾ ਜਿਹਾ ਗਹਿਰੀ ਹੋ ਜਾਏ, ਕਿਉਂਕਿ ਬਹੁਤ ਸਾਰੇ ਗੁਰੂ ਕੋਲ ਸਤਸੰਗ ਵਿੱਚ ਆਉਣ ਵਾਲੇ ਵੀ ਕੰਨਾਂ ਰਾਹੀਂ ਵੀ ਸੁਣਨਾ ਨਹੀਂ, ਗੁਰੂ ਨੇ ਉਹਨਾਂ ਨੂੰ ਬਖਸ਼ਿਆ, ਉਹਨਾਂ ਦਾ ਜੀ ਨਹੀਂ ਲੱਗਦਾ, ਇੱਥੇ ਦੌੜ ਜਾਂਦੇ ਉੱਠ ਕੇ, ਕੰਨ ਵੀ ਨਹੀਂ ਸੁਣ ਸਕਦੇ ਬਾਣੀ ਨੂੰ, ਨਾਮ ਨੂੰ, ਕਿਉਂਕਿ ਸੁਭਾਅ ਨਹੀਂ ਬਣਿਆ, ਆਦਤ ਨਹੀਂ ਬਣੀ। ਚਲੋ ਕੋਈ ਰੁਝੇਵਾਂ, ਕੋਈ ਡਿਊਟੀ ਲੱਗੀ ਹੈ, ਗੱਲ ਵੱਖਰੀ ਹੈ, ਕੋਈ ਸੇਵਾ ਹੈ, ਕੋਈ ਹੋਰ ਹੈ, ਜਾਂ ਕੋਈ ਖਾਸ ਰੁਝੇਵਾਂ। ਉੱਦਾਂ ਹੀ ਕਈ ਵਾਰ ਕੰਨ ਬਾਣੀ ਸੁਣ ਕੇ ਰਾਜੀ ਨਹੀਂ ਹੁੰਦੇ, ਬਾਣ ਵੀ ਕੰਨਾਂ ਨੂੰ ਸੁਣਨ ਦਾ ਸੁਭਾਅ ਤੇ ਆਦਤ ਨਹੀਂ ਬਣੀ। ਪਰ ਸ਼ੁਰੂਆਤ ਤੇ ਸਰਵਣਾਂ ਦਾ ਸੁਣਨਾ ਹੀ ਹੈ, ਪਹਿਲਾਂ ਕੰਨਾਂ ਨਾਲ, ਬਾਹਰਲੇ ਕੰਨਾਂ ਨਾਲ ਬਾਣੀ ਨੂੰ ਸੁਣਨਾ, ਵਾਹਿਗੁਰੂ ਵਾਹਿਗੁਰੂ ਜਪਣਾ, ਤੇ ਇਹਨਾਂ ਕੰਨਾਂ ਰਾਹੀਂ ਸਰੋਤ ਨੇ, ਸੁਰਤ ਨੇ ਸੁਣਨਾ। ਸ਼ੁਰੂਆਤ ਤੇ ਹੀ ਹੌਲੀ ਹੌਲੀ ਫਿਰ ਸਰੋਤ ਗਹਿਰੀ ਹੁੰਦੀ ਜਾਂਦੀ, ਸੁਣਨਾ ਗਹਿਰਾ ਹੁੰਦਾ ਜਾਂਦਾ, ਸੁਣਨਾ ਡੂੰਘਾ ਚਲਾ ਜਾਂਦਾ ਅੰਤਰਾਤਮੇ, ਤੇ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਧੁਨ ਵਿੱਚ ਇੱਕ ਲੈ ਵਿੱਚ ਜਪਣਾ, ਤੇ ਇਹਨਾਂ ਕੰਨਾਂ ਨਾਲ, ਕੰਨਾਂ ਰਾਹੀਂ ਸੁਰਤ ਨੇ ਪਿਆਰ ਨਾਲ ਸੁਣਨਾ, ਇਹ ਸ਼ੁਰੂਆਤ। ਫਿਰ ਸੁਣਦਿਆਂ ਸੁਣਦਿਆਂ, ਇਹ ਸੁਣਦਿਆਂ ਸੁਣਦਿਆਂ ਲਗਾਤਾਰ ਰੈਗੂਲਰ ਜਦੋਂ ਸੁਰਤ ਹੋਰ ਗਹਿਰੀ ਹੋ ਜਾਏ, ਤੇ ਫਿਰ ਕਈ ਵਾਰ ਦਾਸ ਨੇ ਕੱਲ ਬੇਨਤੀ ਕੀਤੀ, ਵੱਡੇ ਭਾਗਾਂ ਵਾਲੇ ਗੁਰਸਿੱਖਾਂ ਦੀ
ਬੁੱਲ ਵੀ ਫਰਕਣੋਂ ਹਟ ਜਾਂਦੇ, ਰਸਨਾ ਵੀ ਬੋਲਣ ਤੋਂ ਕਈ ਵਾਰ ਚੁੱਪ ਕਰ ਜਾਂਦੀ। ਬਾਹਰ ਦੇ ਕੰਨਾਂ ਵਿੱਚ ਵੀ ਕੁਝ ਨਹੀਂ ਸੁਣ ਰਿਹਾ, ਪਰ ਅੰਦਰੋਂ ਸੁਰਤ ਕਰਕੇ, ਬਖਸ਼ੀਸ਼ ਕਰਕੇ ਗਰੀਬ ਨਵਾਜ਼ ਪਾਤਸ਼ਾਹ ਸੁਰਤ ਗਹਿਰੀ ਹੋ ਗਈ। ਰਸਨਾ ਭਾਵੇਂ ਬਾਹਰੋਂ ਬੰਦ ਹੋ ਗਈ ਹੈ, ਬਾਹਰਲੇ ਕੰਨਾਂ ਦੀ ਸਰੋਤ ਭਾਵੇਂ ਬੰਦ ਹੋ ਗਈ ਹੈ, ਪਰ ਸ਼ਬਦ ਸੁਰਤ ਨੇ ਫੜ ਲਿਆ ਹੈ। ਸ਼ਬਦ ਸੁਰਤ ਨੇ ਪਕੜ ਲਿਆ ਤੇ ਹੁਣ ਸੁਰਤ ਨਹੀਂ ਸ਼ਬਦ ਨੂੰ ਛੱਡ ਰਹੀ। ਰਸਨਾ ਭਾਵੇਂ ਬੰਦ ਹੋ ਗਈ, ਬੁੱਲ ਭਾਵੇਂ ਨਹੀਂ ਫਰਕਦੇ, ਬਾਹਰ ਕੰਨਾਂ 'ਚ ਵੀ ਕੋਈ ਕਿਸੇ ਧੁਨ ਦੀ ਆਵਾਜ਼ ਨਹੀਂ ਪੈਂਦੀ, ਪਰ ਸੁਰਤ ਨੇ ਉਸ ਧੁਨ ਨੂੰ ਫੜਿਆ ਹੋਇਆ ਹੈ। ਸੁਣਨਾ ਅੰਦਰ ਚਲਾ ਗਿਆ ਤੇ ਸੁਰਤ ਨਹੀਂ ਸ਼ਬਦ ਛੱਡਦੀ। ਚੱਲ ਰਿਹਾ ਹੈ ਅੰਦਰ ਸ਼ਬਦ, ਧੁਨ ਅੰਦਰ ਸ਼ਬਦ ਦੀ, ਬਾਹਰਲੇ ਸ਼ਬਦ ਦੀ ਚੱਲ ਰਹੀ। ਇੱਕ ਮੈਂ ਹੋਰ ਅੱਜ ਬੇਨਤੀ ਕਰਦੇ ਹਾਂ ਭਈ ਇਹ ਜਿਤਨੇ ਨਾਮ ਹਨ, ਅੱਗੇ ਵੀ ਸ਼ਾਇਦ ਕੀਤੀ ਹੋਵੇ ਸੰਗਤ, ਜਿੰਨੇ ਵੀ ਨਾਮ ਨੇ ਕਿਰਤਮ ਨਾਮ ਹਨ। ਕਿਰਤਮ ਨਾਮ ਦਾ ਮਤਲਬ ਹੈ ਜਿਹੜੇ ਲਿਖੇ ਜਾ ਸਕਦੇ, ਪੜ੍ਹੇ ਜਾ ਸਕਦੇ, ਬੋਲੇ ਜਾ ਸਕਦੇ ਹਨ, ਉਹਨਾਂ ਨੂੰ ਕਿਰਤਮ ਨਾਮ ਆਖਿਆ ਹੈ। ਕਿਉਂਕਿ ਮਹਾਰਾਜ ਨੇ ਬਾਣੀ 'ਚ ਬੜਾ ਸਪਸ਼ਟ ਕਿਹਾ, ਕਿਰਤਮ ਨਾਮ ਕਥੇ ਤੇਰੇ ਜਿਹਵਾ, ਸਤਨਾਮ ਤੇਰਾ ਪਰਾ ਪੂਰਬ। ਮਹਾਰਾਜ ਜਿਹੜੇ ਤੇਰੇ ਕਿਰਤਮ ਨਾਮ ਹਨ, ਇਹ ਜੀਭ ਕਹਿ ਸਕਦੀ ਹੈ, ਇਹ ਹੀ ਬਾਹਰਲੇ ਕੰਨ ਸੁਣ ਸਕਦੇ ਹਨ। ਕਿਰਤਮ ਨਾਮ ਜਿਹੜੇ ਕੀਤੇ ਗਏ ਨਾਮ ਹਨ, ਰੱਖੇ ਗਏ ਨਾਮ ਹਨ। ਤੇ ਇੱਕ ਹੋਰ ਬੇਨਤੀ ਕਰਦੇ ਹਾਂ, ਜਿਹੜੇ ਕਿਰਤਮ ਨਾਮ ਨੇ, ਅੱਖਰੀ ਨਾਮ ਹਨ, ਅੱਖਰਾਂ ਵਾਲੇ ਨਾਮ ਹਨ, ਇਹ ਸਮੇਂ ਮੁਤਾਬਕ ਅਵਤਾਰਾਂ, ਗੁਰੂਆਂ, ਪੀਰਾਂ, ਪੈਗੰਬਰਾਂ ਰਾਹੀਂ ਆਉਂਦੇ ਰਹੇ, ਚੇਂਜ ਹੁੰਦੇ ਰਹੇ, ਬਦਲਦੇ ਰਹੇ। ਜਿਵੇਂ ਉਦਾਹਰਨ ਦੇ ਤੌਰ ਤੇ ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ, ਹਜ਼ਰਤ ਮੁਹੰਮਦ ਸਾਹਿਬ ਤੋਂ ਪਹਿਲਾਂ ਸ਼ਾਇਦ ਅੱਲਾ ਅੱਲਾ ਨਾਮ ਨਾ ਕੋਈ ਲੈਂਦਾ ਹੋਵੇ। ਅੱਲਾ ਲੋਹੀਆ ਨਾਮ ਹਜ਼ਰਤ ਈਸਾ ਤੋਂ ਪਹਿਲਾਂ ਸ਼ਾਇਦ ਕੋਈ ਨਾ ਲੈਂਦਾ ਹੋਵੇ। ਇਸੇ ਤਰ੍ਹਾਂ ਰਾਮ ਰਾਮ ਸ਼ਬਦ ਜਿਹੜਾ ਹੈ ਸ਼ਾਇਦ ਰਾਮ ਜੀ ਤੋਂ ਪਹਿਲਾਂ ਨਾ ਲੈਂਦਾ ਹੋਵੇ। ਔਰ ਇਤਿਹਾਸ ਵਿੱਚ ਐਸਾ ਮਿਲਦਾ ਵੀ ਵਾਹਿਗੁਰੂ ਮੰਤਰ ਵੀ ਗੁਰੂ ਨਾਨਕ ਸਾਹਿਬ ਨਾਲ ਆਇਆ। ਉਦੋਂ ਪਹਿਲਾਂ ਵਾਹਿਗੁਰੂ ਮੰਤਰ ਨਾਲ ਰੱਬ ਨੂੰ ਨਹੀਂ ਕੋਈ ਯਾਦ ਕਰਦਾ ਸੀ। ਇਹਦਾ ਮਤਲਬ ਵੀ 500, 550, 550 ਸਾਲ ਪਹਿਲਾਂ ਵਾਹਿਗੁਰੂ ਮੰਤਰ ਨਾਲ ਰੱਬ ਨੂੰ ਕੋਈ ਨਹੀਂ ਧਿਆਉਂਦਾ ਸੀ। ਰਾਮ ਜੀ ਤੋਂ ਪਹਿਲਾਂ ਕੋਈ ਰਾਮ ਸ਼ਬਦ ਨਾਲ ਨਹੀਂ ਧਿਆਉਂਦਾ ਹੋਏਗਾ। ਕਿਰਤਮ ਨਾਮ ਤੇ ਉਹ ਚੇਂਜ ਹੁੰਦੇ ਆਏ। ਤੇ ਮਹਾਰਾਜ ਸੱਚੇ ਪਾਤਸ਼ਾਹ ਬਾਣੀ 'ਚ ਕਹਿੰਦੇ ਵੀ ਉਹ ਕਿਹੜਾ ਨਾਮ ਹੈ ਜਿਹੜਾ ਕਦੀ ਚੇਂਜ ਨਹੀਂ ਹੋਇਆ, ਜਿਹੜਾ ਕਦੀ ਬਦਲਿਆ ਨਹੀਂ। ਤੇ ਸਤਿਗੁਰੂ ਕਹਿੰਦੇ ਉਹ ਤਮਾਮ ਸੰਸਾਰ ਵਿੱਚ ਉਸ ਨਾਮ ਦੀ ਕਾਰ ਚੱਲ ਰਹੀ ਹੈ। ਉਹ ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਆਗਾਸ ਪਤਾਲ ਆਖਿਆ ਹੈ। ਉਸ ਨਾਮ ਦੇ ਆਸਰੇ ਧਰਤੀ ਖੜੀ ਹੈ, ਆਸਮਾਨ ਖੜਾ ਹੈ, ਸਾਰੇ ਖੰਡ ਬ੍ਰਹਮੰਡ ਉਸ ਨਾਮ ਦੀ ਸ਼ਕਤੀ ਨਾਲ ਚੱਲ ਰਿਹਾ ਹੈ। ਤੇ ਸਤਿਗੁਰੂ ਜੀ ਨੇ ਬਾਣੀ 'ਚ ਬੜਾ ਸਪਸ਼ਟ ਦੱਸਿਆ ਹੈ ਬਈ ਉਹ ਜਿਹੜਾ ਨਾਮ ਹੈ ਉਹ ਤੇ ਜ਼ਰਰੇ ਜ਼ਰਰੇ ਵਿੱਚ ਜਿੱਥੇ ਸਰਵ ਵਿਆਪਕ ਹੈ ਰੱਬ ਵਾਂਗ, ਉਹ ਤੇਰੀ ਜੀਵ ਆਤਮਾ ਦੇ ਅੰਦਰ ਵੀ ਹੈ, ਤੇਰੇ ਅੰਦਰ ਵੀ ਹੈ ਭਲਿਆ। ਤੇ ਉਹ ਜਿਹੜਾ ਨਾਮ ਹੈ ਉਹ ਕੋਈ ਜਾਤਾਂ, ਮਜ਼ਹਬਾਂ, ਦੇਸ਼ਾਂ, ਕੋਈ ਧੜੇਬੰਦੀਆਂ ਦਾ ਵੰਡਿਆ ਹੋਇਆ ਨਹੀਂ, ਕੋਈ ਵੱਖਰਾ ਵੱਖਰਾ ਨਹੀਂ, ਕੋਈ ਲੜਾਈਆਂ ਝਗੜੇ ਨਹੀਂ ਖੜੇ ਕਰਦਾ ਉਹ ਨਾਮ। ਔਰ ਇੱਕ ਹੋਰ ਧਿਆਨ ਦਿਓ, ਜਿਹੜੇ ਬਾਹਰਲੇ ਵੀ ਕਿਰਤਮ ਨਾਮ ਨੇ, ਸਤਿਗੁਰਾਂ ਦੀ ਕਿਸੇ ਨਾਮ ਨਾਲ ਐਲਰਜੀ ਨਹੀਂ, ਕਿਸੇ ਨਾਲ ਨਫ਼ਰਤ ਨਹੀਂ, ਕਿਸੇ ਨਾਲ ਘਿਰਨਾ ਨਹੀਂ ਹੈ। ਕਦੀ ਜਦੋਂ ਦਸਮ ਗ੍ਰੰਥ ਜੀ ਨੂੰ ਮਹਾਰਾਜ ਨੂੰ ਪੜ੍ਹਦੇ ਹਾਂ, ਬਾਣੀ ਦਸਵੇਂ ਪਾਤਸ਼ਾਹ ਦੀ, ਪਤਾ ਨਹੀਂ ਕਿੰਨੇ ਕੁ ਨਾਵਾਂ ਨਾਲ ਸਤਿਗੁਰੂ ਜੀ ਵਡਿਆਈ ਕਰਦੇ ਨੇ ਪਰਮੇਸ਼ਰ। ਔਰ ਮਹਾਰਾਜ ਤੇ ਕਹਿੰਦੇ ਬਲਿਹਾਰੇ ਜਾਉ ਜੇਤੇ ਤੇਰੇ ਨਾਮ ਹੈ। ਹੇ ਰੱਬਾ, ਹੇ ਅਕਾਲ ਪੁਰਖ, ਮੈਂ ਜਿੰਨੇ ਵੀ ਤੇਰੇ ਨਾਮ ਨੇ ਉਹਨਾਂ ਤੋਂ ਸਦਕੇ ਜਾਨਾ, ਬਲਿਹਾਰ ਜਾਨਾ, ਵਾਰਨੇ ਜਾਨਾ,
ਸਾਰੇ ਨਾਮ ਤੇਰੇ ਆ, ਸਾਰੇ ਹੀ ਚੰਗੇ। ਪਰ ਇਹ ਮੈਂ ਦਾਸ ਬੇਨਤੀ ਕਰੇ, ਅਸੀਂ ਚੇਂਜ ਹੁੰਦੇ ਆਏ, ਬਦਲਦੇ ਰਹੇ, ਪਰ ਜਿਹੜੇ ਸਿਸ ਨਾਮ ਦੀ ਗੱਲ ਗੁਰਬਾਣੀ 'ਚ ਸਤਿਗੁਰ ਸੱਚੇ ਪਾਤਸ਼ਾਹ ਕਿਰਤਮ ਨਾਮ ਤੋਂ ਪਰਾਂ ਹੋ ਕੇ ਕਰਦੇ ਹਨ, ਉਹ ਤੇ ਮਹਾਰਾਜ ਬਾਰ-ਬਾਰ ਕਹਿੰਦੇ ਵੀ ਉਹ ਕਾਲਿਆਂ ਵਿੱਚ ਵੀ ਉਹੀ ਹੈ, ਗੋਰਿਆਂ ਵਿੱਚ ਵੀ ਉਹੀ ਹੈ, ਚੀਨੀਆਂ ਵਿੱਚ ਵੀ ਉਹੀ ਹੈ, ਇੰਡੀਅਨ ਵਿੱਚ ਵੀ ਉਹੀ ਹੈ, ਪਾਕਿਸਤਾਨੀ ਵਿੱਚ ਵੀ ਉਹੀ ਹੈ, ਹਿੰਦੂ, ਮੁਸਲਿਮ, ਸਿੱਖ, ਈਸਾਈ, ਬੋਧੀ, ਜੈਨੀ, ਸਭ ਪਾਰਸੀ, ਸਾਰਿਆਂ 'ਚ ਉਹੀ ਹੈ। ਉਹ ਨਸਲਾਂ ਤੋਂ, ਮਜ਼ਹਬਾਂ ਤੋਂ, ਧੜਿਆਂ ਤੋਂ, ਦੇਸ਼ਾਂ ਤੋਂ, ਵੰਡ ਬਰਾਦਰੀ ਤੋਂ, ਜਾਤਾਂ ਤੋਂ ਉੱਚਾ ਪਰੇ ਹੈ ਬਈ, ਉਹ ਸਾਰਿਆਂ 'ਚ ਵਰਤ ਰਿਹਾ ਹੈ। ਤੇ ਮਹਾਰਾਜ ਕਹਿੰਦੇ ਉਹ ਜਿਹੜਾ ਨਾਮ ਨਿਰੰਕਾਰ ਜੀ ਨੇ ਬਖਸ਼ਿਆ ਉਹ ਸਾਰਿਆਂ 'ਚ ਹੀ ਇੱਕ ਹੈ। ਇਹ ਨਹੀਂ ਵੀ ਸਿੱਖਾਂ 'ਚ ਕੋਈ ਹੋਰ ਚੱਲ ਰਿਹਾ ਤੇ ਗੋਰਿਆਂ 'ਚ ਕੋਈ ਹੋਰ ਚੱਲ ਰਿਹਾ ਜਾਂ ਕਾਲਿਆਂ 'ਚ ਕੋਈ ਹੋਰ ਚੱਲ ਰਿਹਾ, ਉਹ ਤੇ ਸਾਰਿਆਂ 'ਚ ਹੀ ਇੱਕ ਹੈ ਜਿਹੜਾ ਪਰਮੇਸ਼ਰ ਨੇ ਦਿੱਤਾ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਰੱਬ ਨੇ ਤੇਰੇ ਅੰਦਰ ਨਾਮ ਬਖਸ਼ਿਆ ਉਹ ਤੇ ਬੰਦ ਹੀ ਨਹੀਂ ਹੋਇਆ ਕਦੀ। 24 ਆਵਰਸ ਜਦੋਂ ਦਾ ਨਿਰੰਕਾਰ ਬਣਿਆ ਤੇ ਜਦੋਂ ਦਾ ਤੈਨੂੰ ਵੀ ਬਣਾਇਆ ਉਦੋਂ ਦਾ ਵੀ ਚੱਲ ਰਿਹਾ, ਤੇ ਚੱਲੀ ਜਾਂਦਾ, ਉਹ ਤੇ ਕਦੀ ਬੰਦ ਹੋਇਆ ਹੀ ਨਹੀਂ ਕਿਸੇ ਦੇ ਅੰਦਰ। ਔਰ ਹੋਰ ਧਿਆਨ ਦਿਓ, ਜਿਸ ਵੇਲੇ ਜੀਵ ਆਤਮਾ ਨਿਰੰਕਾਰ ਜੀ ਭੇਜਦਾ ਹੈ ਸੰਸਾਰ ਵਿੱਚ, ਮਨੁੱਖੀ ਬੱਚਾ ਵੀ ਭੇਜਦਾ ਹੈ, ਉੱਥੇ 2-3 ਚੀਜ਼ਾਂ ਇਕੱਠੀਆਂ ਹਨ, ਧਿਆਨ ਦਿਓ। ਜਿੱਥੇ ਮਹਾਰਾਜ ਉਸ ਮਾਸ ਦੇ ਲੋਥੜੇ 'ਚ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਸਪਸ਼ਟ ਲਿਖੇ, ਮਾਂ ਦੀ ਰਕਤ ਤੋਂ ਤੇ ਪਿਤਾ ਦੀ ਬੰਦ ਤੋਂ ਇੱਕ ਮਾਸ ਦਾ ਲੋਥੜਾ ਮਾਂ ਕੋਲ ਬਣ ਗਿਆ। ਤੇ ਉਹ ਜਿਹੜਾ ਮਾਸ ਦਾ ਲੋਥੜਾ ਸੀ, ਮਨੁੱਖੀ ਨਿਰੰਕਾਰ ਜੀ ਨੇ ਜੋ ਸਿਸਟਮ ਬਣਾਇਆ ਉਹਦੇ ਮੁਤਾਬਕ 3.5 ਮਹੀਨੇ 3.5 ਮਹੀਨੇ ਦਾ ਜਦੋਂ ਬੱਚਾ ਮਾਂ ਦੀ ਗਰਭ ਵਿੱਚ ਹੁੰਦਾ ਹੈ, ਉਸ ਵੇਲੇ ਜੀਵ ਆਤਮਾ ਨਿਰੰਕਾਰ ਜੀ ਉਹਦੇ 'ਚ ਪ੍ਰਵੇਸ਼ ਕਰਦੀ ਹੈ। ਤੇ ਜਿਸ ਮਾਂ ਕੋਲ ਹੁੰਦਾ ਹੈ, ਮਾਂ ਨੂੰ ਪਤਾ ਲੱਗ ਜਾਂਦਾ ਹੈ ਬਈ ਉਸ ਵੇਲੇ ਫਿਰ ਮਾਂ ਕਹਿੰਦੀ ਵੀ ਬੱਚੇ 'ਚ ਜਾਨ ਪੈ ਗਈ। ਜਾਨ ਦਾ ਮਤਲਬ ਜੀਵ ਆਤਮਾ ਆ ਗਈ ਮਾਂ ਕੋਲ, ਹਰਕਤ ਸ਼ੁਰੂ ਹੋ ਗਈ, ਹਲਚਲ ਅੰਦਰ ਸ਼ੁਰੂ ਹੋ ਗਈ। ਉਸ ਮਾਸ ਦੇ ਲੋਥੜੇ ਵਿੱਚ ਜੀਵ ਆਤਮਾ ਨੇ ਪ੍ਰਵੇਸ਼ ਕਰ ਲਿਆ। ਤੇ ਸੱਚੇ ਪਾਤਸ਼ਾਹ ਕਹਿੰਦੇ ਜਿਸ ਵੇਲੇ ਜੀਵ ਆਤਮਾ ਮਾਂ ਦੀ ਕੁੱਖ 'ਚ ਨਿਰੰਕਾਰ ਨੇ ਭੇਜੀ, ਤੇ ਉਸ ਜੀਵ ਆਤਮਾ ਹੀ ਨਹੀਂ ਇਕੱਲੀ ਭੇਜੀ, ਮਹਾਰਾਜ ਕਹਿੰਦੇ ਉਸੇ ਉੱਥੇ ਮਾਤ ਗਰਭ ਮੇਂ ਆਪਣ ਸਿਮਰਨ ਦੇ, ਉੱਥੇ ਮਾਤ ਗਰਭ ਸ਼ਬਦ ਵਰਤਿਆ ਮਹਾਰਾਜ। ਮਾਤ ਗਰਭ ਮੇਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਮਹਾਰਾਜ ਕਹਿੰਦੇ ਉੱਥੇ ਨਾਮ ਬਖਸ਼ਿਆ ਨਿਰੰਕਾਰ ਨੇ ਮਾਂ ਦੇ ਗਰਭ ਵਿੱਚ ਜੀਵ ਆਤਮਾ, ਤਾਂ ਹੀ ਤੇ ਉਸ ਪੇਟ ਦੀ ਜਠ ਰਗਨ ਵਿੱਚ ਵੀ ਲੱਗਣ ਦੇਤ ਨਾ ਸੇਕ, ਇਹਨੂੰ ਕੱਖ ਨਹੀਂ ਹੋਇਆ। ਇਹਦੀ ਰਾਖੀ ਕੀਤੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਉੱਥੇ ਇਹਨੂੰ ਸਵਾਰਿਆ। ਕਿੱਥੇ ਦੰਦ ਚਾਹੀਦੇ, ਕਿੱਥੇ ਮੂੰਹ ਚਾਹੀਦਾ, ਕਿੱਥੇ ਅੱਖਾਂ ਚਾਹੀਦੀਆਂ, ਕਿੱਥੇ ਕੰਨ ਚਾਹੀਦੇ, ਕਿਵੇਂ ਲੱਤਾਂ ਚਾਹੀਦੀਆਂ, ਕਿਵੇਂ ਬਾਹਾਂ ਚਾਹੀਦੀਆਂ, ਐਨ ਸਵਾਰ ਕੇ ਸ਼ਿੰਗਾਰ ਕੇ ਨਿਰੰਕਾਰ ਨੇ ਰੱਖਿਆ। ਉੱਥੇ ਬਣਾ ਦਿੱਤਾ ਬਣਤਰੇ ਦੀ। ਤੇ ਜਿੱਥੇ ਜੀਵ ਆਤਮਾ ਰੱਖੀ, ਉਸ ਆਤਮਾ ਦੇ ਨਾਲ ਨਾਮ ਰੱਖਿਆ। ਤੇ ਫਿਰ ਤੀਸਰਾ ਹੋਰ ਕੰਮ ਮਾਰੇ ਨੇ ਬਾਣੀ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਚਨ ਮਿਲਦੇ ਹੈ ਵੀ ਜਿੱਥੇ ਜੀਵ ਆਤਮਾ ਉੱਥੇ ਪੈ ਗਈ, ਮਾਂ ਕੋਲ ਆ ਗਈ, ਉੱਥੇ ਸੱਚੇ ਪਾਤਸ਼ਾਹ ਕਹਿੰਦੇ ਲਟਕਿਆ ਭਾਵੇਂ ਇਹ ਸਿੱਧਾ ਸੀ, ਸਿਰ ਥੱਲੇ ਪੈਰ ਉੱਪਰੇ ਵਸੰਦੋ ਕੋ ਹੱਥੜੇ ਥਾਂ, ਸਿਰ ਥੱਲੇ ਪੈਰ ਉੱਪਰ ਨੂੰ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇ ਸਰੀਰ ਭਾਵੇਂ ਪੁੱਠਾ ਲਟਕਿਆ ਹੋਇਆ ਸੀ, ਪਰ ਧਿਆਨ ਇਸ ਦਾ ਸਿੱਧਾ ਸੀ, ਧਿਆਨ ਲੱਗਿਆ ਹੋਇਆ ਸੀ ਨਿਰੰਕਾਰ ਦੇ ਨਾਲ। ਇਸ ਦੀ ਲਿਵ ਲੱਗੀ ਹੋਈ ਸੀ ਕਰਤਾਰ ਦੇ ਨਾਮ ਨਾਲ। ਤੇ ਨਾਲ ਮਹਾਰਾਜ ਜੀ ਕਹਿੰਦੇ ਉੱਥੇ ਅਰਦਾਸਾਂ ਵੀ ਕਰ ਰਿਹਾ ਸੀ। ਹੁਣ ਅਰਦਾਸ ਵੀ ਇਹ ਪੰਥਕ ਅਰਦਾਸ ਹੈ ਸਾਡੀ ਜੋ ਅਸੀਂ ਕਰਦੇ ਹਾਂ। ਅਰਦਾਸ ਵੀ ਇੱਕ ਅਵਸਥਾ ਹੈ, ਸੰਗਤੀ ਅਰਦਾਸ ਹੈ ਜੋ ਰੋਜ਼ ਹੁੰਦੀ। ਜਾਂਚ ਦੱਸਦੇ ਨੇ ਮਹਾਰਾਜ ਵੀ ਕਰੋ ਕਰੋ, ਕਰਦਿਆਂ ਕਰਦਿਆਂ ਕਿਤੇ ਅੰਦਰੋਂ ਹੋ ਉੱਠ ਪਏ।
ਤੇ ਮਹਾਰਾਜ ਕਹਿੰਦੇ ਨਾਲ ਅਰਦਾਸ ਵੀ ਹੋ ਰਹੀ ਸੀ, ਤਰਲੇ ਰਹਿ ਰਹੇ ਸੀ ਨਿਰੰਕਾਰ ਅੱਗੇ ਵੀ ਮਹਾਰਾਜ ਬੜੇ ਜਨਮਾਂ ਤੋਂ ਪਤਾ ਨਹੀਂ ਕਿੰਨੀ ਕੁ ਵਾਰੇ ਗਰਭ ਧਾਰਨ ਕੀਤੇ ਨੇ, ਵੱਡਾ ਦੁੱਖ ਸਹਾਰਿਆ, ਹੁਣ ਕਿਰਪਾ ਕਰਦੇ ਹੋ ਜਿੱਥੇ ਵਾਰੀ ਦੇਣ ਲੱਗੇ ਹੋ ਨਾ ਉੱਥੇ ਹੁਣ ਮੁੜ ਕੇ ਵਾਰ ਨਾ ਇਹ ਦੁੱਖ ਸਹਿਣਾ ਪਏ। ਅਰਦਾਸ ਕਰਦਾ ਸੀ ਨਿਰੰਕਾਰ ਦੇ ਚਰਨਾਂ 'ਚ, ਤੇ ਇਹਦੀ ਲਿਵ ਲੱਗੀ ਹੋਈ ਸੀ ਕਾਹਦੇ ਨਾਲ? ਨਾਮ ਦੇ ਆਸਰੇ ਨਿਰੰਕਾਰ ਨਾਲ ਲਿਵ ਲੱਗੀ ਹੋਈ ਸੀ। ਤੇ ਉਹ ਜਿਹੜੀ ਲਿਵ ਲੱਗੀ ਸੀ ਇਹਦੀ, ਉਹ ਤੇ ਨਾਮ ਨਾਲ ਲੱਗੀ ਸੀ ਜਿਹੜਾ ਮਾਂ ਦੇ ਉਦਰ ਵਿੱਚ ਦਿੱਤਾ ਸੀ ਨਿਰੰਕਾਰ ਜੀ ਨੇ। ਅਤੇ ਨਾਮ ਅਸਲ ਵਿੱਚ ਗਵਾਇਆ ਨਹੀਂ, ਸਾਧ ਸੰਗਤ ਜੀ, ਨਾਮ ਭੁਲਾਇਆ ਹੈ ਇਸਨੇ, ਭੁੱਲ ਗਿਆ। ਨਾਮ ਗਵਾਚਿਆ ਨਹੀਂ ਇਹਦੇ ਕੋਲੋਂ, ਉਸ ਨਾਮ ਨਾਲੋਂ ਲਿਵ ਟੁੱਟ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਤੇ ਜੁੜਿਆ ਹੋਇਆ ਸੀ ਨਾਮ ਦੇ ਨਾਲ, ਤੇ ਮਾਂ ਦੀ ਗਰਭ ਅਗਨ ਵਿੱਚ ਵੀ ਸੇਕ ਨਹੀਂ ਲੱਗਣ ਦਿੱਤਾ ਨਿਰੰਕਾਰ ਜੀ ਨੇ, ਇਹਦੀ ਪਾਲਣਾ ਕੀਤੀ। ਤੇ ਉਹ ਜਿਹੜਾ ਧੁਨਿਆਤਮਕ ਅੰਤਰ ਨਾਮ ਹੈ ਉਹ ਅੱਖਰਾਂ ਵਿੱਚ ਨਹੀਂ ਹੈ, ਕਿਉਂਕਿ ਮਹਾਰਾਜ ਤੇ ਬੜਾ ਸਪਸ਼ਟ ਬਾਣੀ 'ਚ ਕਹਿੰਦੇ ਵੀ ਇਹ ਅੱਖਰ ਖਿਰ ਜਾਣਗੇ। ਇਹ ਅੱਖਰ ਵਾਲੇ ਨਾਮ ਜਿਹੜੇ ਕੁਛ ਇਹ ਤੇ ਕੈਰੀਅਰ ਹੈ, ਧਿਆਨ ਦਿਓ ਥੋੜਾ ਜਿਹਾ। ਅੱਖਰਾਂ ਵਾਲੇ ਨਾਮ ਜਿਹੜੇ ਨੇ ਸਾਧਨ ਨੇ, ਕੈਰੀਅਰ ਨੇ। ਕੈਰੀਅਰ ਕੀ ਹੁੰਦਾ ਹੈ? ਜਦੋਂ ਮੰਨ ਲਓ ਇੰਡੀਆ ਤੋਂ ਤੁਸੀਂ ਕੋਈ ਸਮਾਨ ਮੰਗਾਉਣਾ ਹੈ, ਬਾਈ ਪਲੇਨ ਆਇਆ ਜਾਂ ਸ਼ਿਪ ਰਾਹੀਂ ਆਇਆ, ਕਿਸੇ ਰਾਹੀਂ ਆਇਆ, ਉਹਨੂੰ ਕੈਰੀਅਰ ਕਹਿੰਦੇ। ਬਈ ਕੋਈ ਮਾਲ, ਕੋਈ ਚੀਜ਼ ਇੱਥੋਂ ਉੱਥੇ ਭੇਜਣੀ ਹੈ, ਤੇ ਜਿਹੜੀ ਵਿੱਚ ਵਸਤੂ ਹੈ, ਵਿੱਚ ਸਾਧਨ ਹੈ, ਉਹਨੂੰ ਕੈਰੀਅਰ ਕਹਿੰਦੇ। ਮਹਾਰਾਜ ਕਹਿੰਦੇ ਨੇ ਭਲਿਆ ਜਿਹੜੀ ਜੀਵ ਆਤਮਾ ਹੈ ਨਾ ਤੇਰੀ, ਇਹ ਜਿਹੜੇ ਅੱਖਰੀ ਨਾਮ ਤੈਨੂੰ ਗੁਰੂਆਂ ਪੀਰਾਂ ਪੈਗੰਬਰਾਂ ਰਾਹੀਂ ਮਿਲਦੇ ਨੇ, ਇਹ ਸਾਧਨ ਹੈ ਸੁਰਤ ਦਾ ਚੁੱਕ ਕੇ ਉਸ ਨਾਮ ਤੱਕ ਪਹੁੰਚਾਉਣਾ ਜਿਸ ਨਾਮ ਨਾਲੋਂ ਤੇਰੀ ਲਿਵ ਟੁੱਟ ਗਈ ਹੈ, ਉੱਥੇ ਤੱਕ ਲਿਜਾਣ ਵਾਸਤੇ ਇਹ ਨਾਮ ਸਾਧਨ। ਧਿਆਨ ਦਿਓ ਵੀ ਇਹ ਜਿਹੜਾ ਇਹਦੀ ਲਿਵ ਲੱਗੀ ਸੀ ਤੇ ਟੁੱਟ ਗਈ। ਗੁਰੂ ਧੰਨ ਗੁਰੂ ਬਾਪੂ ਅਮਰਦਾਸ ਜੀ ਕਹਿੰਦੇ ਲਿਵ ਛੁੱਟ ਕੀ, ਨਾਮ ਗਿਆ ਥੋੜਾ, ਗਵਾਚਾ ਥੋੜਾ, ਟੁੱਟ ਗਈ ਲਿਵ, ਭੁੱਲ ਗਿਆ ਨਾਮ, ਲਿਵ ਛੁੱਟ ਕੀ, ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਲਿਵ ਟੁੱਟ ਗਈ ਇਹਦੀ। ਥੋੜਾ ਜਿਹਾ ਧਿਆਨ ਹੋਰ ਗਹਿਰਾ ਕਰਿਓ ਜ਼ਰਾ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਇਹਦਾ ਬਚਨ ਕੀਤਾ ਹੈ। ਮਹਾਰਾਜ ਜੀ ਕਹਿੰਦੇ ਕੁਝ ਸਰੀਰ, ਕੁਝ ਵਿਦਵਾਨ ਸਿਆਣੇ ਲੋਕ ਇਕੱਠੇ ਹੋ ਕੇ ਆ ਗਏ ਭਾਈ ਗੁਰਦਾਸ ਜੀ ਕੋਲ ਵੀ ਭਾਈ ਸਾਹਿਬ ਜੀ ਇੱਕ ਗੱਲ ਦੀ ਸਾਨੂੰ ਸਮਝ ਨਹੀਂ ਲੱਗੀ ਵੀ ਆ ਜਿਹੜਾ ਨਿੱਕਾ ਜਿਹਾ ਬੱਚਾ, ਕੁਝ ਮਿੰਟਾਂ ਦਾ, ਕੁਝ ਸਕਿੰਟਾਂ ਦਾ, ਇਹਦੇ ਅੰਦਰ ਕੋਈ ਭੁੱਖ ਨਹੀਂ, ਕੋਈ ਦੁੱਖ ਨਹੀਂ, ਕੋਈ ਰੋਗ ਨਹੀਂ, ਕੋਈ ਸੋਗ ਨਹੀਂ, ਇਹਦੀ ਇੱਛਾ ਵੀ ਇਸ ਵੇਲੇ ਕੋਈ ਨਹੀਂ, ਇਹਨੂੰ ਅਜੇ ਸੋਝੀ ਵੀ ਕੋਈ ਨਹੀਂ, ਇਹਨੂੰ ਪਤਾ ਵੀ ਕੋਈ ਨਹੀਂ, ਪਰ ਇਹ ਰੋਂਦਾ ਬੜਾ ਹੈ ਜਦੋਂ ਜੰਮਦਾ ਹੈ। ਗੱਲ ਕੀ, ਇਹ ਕਿਉਂ ਰੋਂਦਾ ਹੈ ਤੇ ਰੋਣ ਦਾ ਕਾਰਨ ਕੀ? ਇਹ ਸਿਆਣੇ ਲੋਕ ਇਕੱਠੇ ਹੋ ਗਿਆ। ਤੇ ਭਾਈ ਸਾਹਿਬ ਕਹਿੰਦੇ ਤੁਹਾਨੂੰ ਨਹੀਂ ਪਤਾ ਕਿਉਂ ਰੋਂਦਾ ਹੈ? ਕਹਿੰਦੇ ਨਹੀਂ ਮਹਾਰਾਜ, ਸਾਨੂੰ ਨਹੀਂ ਸੋਝੀ, ਸਾਨੂੰ ਨਹੀਂ ਪਤਾ ਪਈ ਇਹਦੇ ਰੋਣ ਦਾ ਕੀ ਕਾਰਨ ਹੈ। ਤੇ ਭਾਈ ਸਾਹਿਬ ਕਹਿੰਦੇ ਬਈ ਇਹਦੇ ਰੋਣ ਦਾ ਕਾਰਨ ਬੜਾ ਵੱਡਾ ਹੈ। ਕਹਿੰਦੇ ਕੀ ਕਾਰਨ ਹੈ? ਕਹਿੰਦੇ ਕਿਸੇ ਬੰਦੇ ਕੋਲ ਥੋੜਾ ਜਿਹਾ ਧਨ ਗਵਾਚ ਜਾਏ, ਕੋਈ ਕੀਮਤੀ ਚੀਜ਼ ਗਵਾਚ ਜਾਏ ਤਾਂ ਹਾਂ ਮਾਰਦਾ, ਰੋਣ ਲੱਗ ਪੈਂਦਾ ਹੈ। ਤੇ ਇਹਦੇ ਕੋਲ ਇੱਕ ਬੜਾ ਕੀਮਤੀ ਲਾਲ ਸੀ, ਬੜਾ ਕੀਮਤੀ ਹੀਰਾ ਸੀ, ਉਹ ਗਵਾਚ ਗਿਆ। ਇਹਦੇ ਕੋਲੋਂ ਗਵਾਚ ਗਏ, ਤੇ ਜਿਹਦੇ ਕੋਲੋਂ ਕੋਈ ਕੀਮਤੀ ਹੀਰਾ ਗਵਾਚ ਜਾਏ, ਲਾਲ ਗਵਾਚ ਜਾਏ, ਰੋਵੇਗਾ ਨਹੀਂ, ਤਾਂ ਨਹੀਂ ਮਾਰੇਗਾ। ਹੁਣ ਕੁਐਸਚਨ ਤੇ ਇੱਕ ਲੈ ਕੇ ਆਏ ਸੀ, ਹੁਣ ਦੋ ਹੋ ਗਏ। ਕਹਿੰਦੇ ਅਸੀਂ ਤਾਂ ਆਏ ਸੀ ਵੀ ਕਿਉਂ ਰੋਂਦਾ, ਪੁੱਛਣ ਆਏ ਆ। ਹੁਣ ਇੱਕ ਹੋਰ ਕੁਐਸਚਨ ਆ ਗਿਆ ਵੀ ਹੀਰਾ ਕਿਹੜਾ ਸੀ ਇਸ ਬੱਚੇ ਕੋਲ? ਜੰਮਦਾ ਕੁਝ ਸਵਾਸਾਂ ਦਾ ਬੱਚਾ ਅਜੇ, ਕੁਝ ਸਕਿੰਟਾਂ ਮਿੰਟਾਂ ਦਾ ਬੱਚਾ ਅਜੇ, ਵੀ ਇਹਦੇ ਕੋਲ ਲਾਲ ਕਿਹੜਾ ਆ ਗਿਆ, ਹੀਰਾ ਕਿਹੜਾ ਆ ਗਿਆ, ਰਤਨ ਕਿਹੜਾ ਆ ਗਿਆ? ਤੇ ਭਾਈ ਸਾਹਿਬ ਕਹਿੰਦੇ ਕੋਲ ਰਤਨ ਸੀ। ਹੁਣ ਪੁੱਛਦੇ ਨੇ ਭਾਈ ਸਾਹਿਬ ਇੱਕ ਸਵਾਲ ਲੈ ਕੇ ਆਏ ਸਾਂ, ਰੋਂਦਾ ਕਿਉਂ ਹੈ? ਤੁਸੀਂ ਤੇ ਹੋਰ ਸਵਾਲ ਖੜਾ ਕਰ ਦਿੱਤਾ ਵੀ ਇਹਦੇ ਕੋਲ ਰਤਨ ਗਵਾਚ ਗਿਆ, ਲਾਲ ਗਵਾਚ ਗਿਆ, ਤਾਂ ਰੋਂਦਾ। ਤੇ ਮਹਾਰਾਜ ਜੀ ਨਿੱਕੇ ਜੇ ਕੁਝ ਮਿੰਟਾਂ ਸਕਿੰਟਾਂ ਦੇ ਬੱਚੇ ਕੋਲ ਰਤਨ ਕਿਹੜਾ ਸੀ ਜਿਹੜਾ ਗਵਾ ਦਿੱਤਾ ਹੈ? ਤੇ ਭਾਈ ਸਾਹਿਬ ਨੇ ਜਵਾਬ ਦਿੱਤਾ ਹੈ, ਰੋਵੇ ਰਤਨ ਗਵਾਏ ਕੇ, ਰੋਵੇ ਰਤਨ ਗਵਾਏ ਕੇ,
ਆਪਣਾ, ਹੜ ਹੜ ਹੱਸੇ ਸਭ ਪਰਿਵਾਰਾ। ਭਾਈ ਗੁਰਦਾਸ ਜੀ ਕਹਿੰਦੇ ਇਹ ਰਤਨ ਗਵਾਚ ਗਿਆ, ਇਹਦੇ ਕੋਲੋਂ ਲਾਲ ਗਵਾਚ ਗਿਆ, ਰੋਵੇ ਰਤਨ ਗਵਾਏ। ਜਨਮ ਹੋਇਆ ਬੱਚੇ ਦਾ, ਵਧਾਈਆਂ ਮਿਲ ਰਹੀਆਂ ਨੇ, ਖੁਸ਼ੀਆਂ ਹੋ ਰਹੀਆਂ, ਜਸ਼ਨ ਹੋ ਰਹੇ ਨੇ, ਭੰਗੜੇ ਪਾ ਰਹੇ ਨੇ। ਭਾਈ ਸਾਹਿਬ ਕਹਿੰਦੇ ਉਹਨੇ ਵਿਚਾਰੇ ਨੂੰ ਪੁੱਛ ਤਾਂ ਲੋ, ਤੂੰ ਕਿਉਂ ਰੋਣਾ ਭਾਈ, ਤੇਰੇ ਰੋਣ ਦਾ ਕਾਰਨ ਕੀ? ਕਹਿੰਦੇ ਰੋਵੇ ਰਤਨ ਗਵਾਏ। ਇਹਦੇ ਕੋਲ ਇੱਕ ਰਤਨ ਸੀ, ਤੇ ਭਾਈ ਸਾਹਿਬ ਨੂੰ ਪੁੱਛੀਏ ਵੀ ਰਤਨ ਕਿਹੜਾ ਸੀ। ਭਾਈ ਸਾਹਿਬ ਕਹਿੰਦੇ ਮਾਂ ਦੇ ਪੇਟ ਵਿੱਚ ਇਹਦੀ ਜਿਹੜੀ ਲਿਵ ਲੱਗੀ ਹੋਈ ਸੀ, ਲਟਕਿਆ ਤੇ ਪੁੱਠਾ ਸੀ, ਪਰ ਧਿਆਨ ਇਸ ਦਾ ਸਿੱਧਾ ਸੀ। ਹੈ ਸੀ ਮਾਂ ਦੇ ਪੇਟ ਵਿੱਚ ਲਟਕਿਆ ਪੁੱਠਾ, ਸਿਰ ਥੱਲੇ ਨੂੰ ਪੈਰ ਉੱਪਰ ਨੂੰ, ਪਰ ਇਹਦੀ ਲਿਵ ਲੱਗੀ ਹੋਈ ਸੀ ਨਿਰੰਕਾਰ ਦੇ ਨਾਲ। ਇਹਦੀ ਸੁਰਤ ਜੁੜੀ ਹੋਈ ਸੀ ਕਰਤਾਰ ਦੇ ਨਾਲ, ਇਹਦਾ ਧਿਆਨ ਲੱਗਾ ਹੋਇਆ ਸੀ ਪਰਮੇਸ਼ਰ ਦੇ ਨਾਲ। ਜਦੋਂ ਬਾਹਰ ਆਇਆ, ਸਰੀਰ ਨੇ ਕੁਝ ਸਪਰਸ਼ ਕੀਤਾ, ਕੰਨਾਂ ਵਿੱਚ ਕੁਝ ਆਵਾਜ਼ਾਂ ਦੀਆਂ ਧੁਨੀਆਂ ਪਈਆਂ, ਅੱਖਾਂ ਨੇ ਕੁਝ ਵੇਖਿਆ, ਤੇ ਬਾਹਰ ਦੇ ਰੌਲੇ ਰੱਪੇ ਨੇ ਇਸ ਦੀ ਨਿਰੰਕਾਰ ਨਾਲ ਲੱਗੀ ਹੋਈ ਲਿਵ ਤੋੜ ਦਿੱਤੀ। ਨਿਰੰਕਾਰ ਨਾਲ ਲੱਗਾ ਹੋਇਆ ਧਿਆਨ ਤੋੜ ਦਿੱਤਾ, ਨਿਰੰਕਾਰ ਨਾਲ ਲੱਗੀ ਹੋਈ ਸੁਰਤ ਤੋੜ ਦਿੱਤੀ। ਕਹਿੰਦੇ ਜਿਹੜੇ ਨਿਰੰਕਾਰ ਦੇ ਨਾਲ ਲੱਗੀ ਹੋਈ ਇਸ ਦੀ ਸੁਰਤ ਸੀ, ਉਹ ਰਤਨ ਸੀ, ਉਹ ਲਾਲ ਸੀ, ਉਹ ਹੀਰਾ ਸੀ। ਜਿਹੜੀ ਦੀ ਸੁਰਤ ਜੁੜੀ ਹੋਈ ਸੀ ਨਿਰੰਕਾਰ ਦੇ ਨਾਲ, ਜਿਹੜੀ ਲਿਵ ਲੱਗੀ ਹੋਈ ਸੀ ਨਿਰੰਕਾਰ ਦੇ ਨਾਲ, ਉਹ ਇਹਦੇ ਕੋਲ ਬੜਾ ਕੀਮਤੀ ਰਤਨ ਸੀ, ਜਿਹੜਾ ਕਰੋੜਾਂ ਅਰਬਾਂ ਖਰਬਾਂ ਖਰਚ ਕੇ ਵੀ ਨਹੀਂ ਮਿਲਦੀ ਲਿਵ ਕਿਸੇ ਨੂੰ। ਟੁੱਟ ਗਈ। ਹੁਣ ਕਰੀਏ ਕਿ ਬੜਾ ਦੁੱਖ ਲੱਗਾ, ਰੋਂਦਾ ਚੀਕਾਂ ਮਾਰਦਾ ਹੈ। ਤੇ ਮਾਂ ਕੋਲ ਸੱਚੇ ਪਾਤਸ਼ਾਹ ਨੇ ਸੰਸਾਰ ਵਿੱਚ ਮਾਇਆ ਅਮਰ ਵਰਤਾਇਆ ਦੀ ਖੇਡ ਵਾਸਤੇ, ਇਹਨੂੰ ਆਰੇ ਲਾਉਣ ਵਾਸਤੇ। ਇਹਦੇ ਕੋਲ ਕਦਮ ਕੋਈ ਨਹੀਂ, ਇਹਦੇ ਕੋਲ ਦੰਦ ਕੋਈ ਨਹੀਂ, ਇਹਦੇ ਕੋਲ ਸ਼ਕਤੀ ਕੋਈ ਨਹੀਂ ਕਿਤੇ ਜਾਣ ਦੀ, ਤੇ ਇਹਦੇ ਆਉਣ ਤੋਂ ਪਹਿਲਾਂ ਹੀ ਇਹਦੇ ਭੋਜਨ ਦਾ ਪ੍ਰਬੰਧ ਕੀਤਾ ਹੋਇਆ ਹੈ। ਮਾਂ ਕੋਲ ਦੁੱਧ ਹੈ, ਤੇ ਜਦੋਂ ਰੋਂਦਾ ਤੇ ਮਾਂ ਇਸ ਨੂੰ ਦੁੱਧ ਦੇਂਦੀ ਏ, ਤੇ ਸੱਚੇ ਪਾਤਸ਼ਾਹ ਕਹਿੰਦੇ ਲੈ ਮਾਇਆ ਦੀ ਖੇਡ ਸ਼ੁਰੂ ਹੋ ਗਈ। ਪਹਿਲੇ ਪਿਆਰ ਲੱਗਾ ਥਣ ਦੁੱਧ, ਮਾਇਆ ਸ਼ੁਰੂ ਹੋ ਗਈ। ਹੁਣ ਰੋਂਦਾ ਤੇ ਮਾਂ ਦੁੱਧ ਦੇਂਦੀ ਹੈ, ਚੁੱਪ ਕਰ ਜਾਂਦਾ, ਫਿਰ ਨੀਂਦ ਸੌ ਜਾਂਦਾ ਤੇ ਚੁੱਪ ਕਰ ਜਾਂਦਾ। ਤੇ ਇਸ ਬੱਚੇ ਦੀ ਭਾਈ ਗੁਰਵੀਰ ਸਿੰਘ ਜੀ ਨੇ ਬੜੀ ਗਹਿਰੀ ਨੀਂਦ ਲਿਖੀ ਹੈ, 18 ਘੰਟੇ ਤੋਂ 22 ਘੰਟੇ ਤੱਕ ਨੀਂਦ ਲਿਖੀ ਹੈ ਇਸ ਛੋਟੇ ਜਿਹੇ ਬੱਚੇ ਦੀ ਭਾਈ ਸਾਹਿਬ ਜੀ ਨੇ। ਤੇ ਇੰਨਾ ਸੌਂਦਾ। ਔਰ ਮੈਂ ਦਿਨੇ ਵੀ ਬੀਬਾ ਜੀ ਨਾਲ ਬਚਤ ਕਰ ਰਿਹਾ ਸਾਂ, ਮੈਂ ਕਿਹਾ ਬਈ ਇਹ ਤੂੰ ਕਦੀ ਆ ਮਾਵਾਂ ਧਿਆਨ ਨਾਲ ਵੇਖਦੀਆਂ, ਨਿੱਕਾ ਜਿਹਾ ਬੱਚਾ ਜਦੋਂ ਪਿਆ ਹੁੰਦਾ ਨਾ ਚਾਰਪਾਈ ਤੇ ਜਾਂ ਭੰਗੂੜੇ 'ਚ ਜਾਂ ਮੰਜੀ ਤੇ ਲਿਟਾਇਆ ਹੁੰਦਾ, ਮਾਵਾਂ ਨੇ ਸੁੱਤਾ ਹੁੰਦਾ ਸੌਂ ਕੇ ਦੁੱਧ ਪੀ ਕੇ, ਤੇ ਉਹਦੇ ਚਿਹਰੇ ਤੇ ਤੁਸੀਂ ਧਿਆਨ ਨਾਲ ਕਦੀ ਵੇਖੋ ਤੇ ਉਹਦੇ ਤੇ ਕਦੀ ਮੁਸਕਰਾਹਟ ਆਉਂਦੀ ਹੈ, ਕਦੀ ਰੋਣ ਵਾਲਾ ਮੂੰਹ ਹੁੰਦਾ, ਕਦੀ ਹੱਸਣ ਵਾਲਾ ਮੂੰਹ ਹੁੰਦਾ, ਕਦੀ ਪੀਲਾ ਕਰਦਾ, ਕਦੀ ਲਾਲ ਕਰਦਾ। ਤੇ ਪਤਾ ਨਹੀਂ ਸੀ, ਸਿਆਣੀਆਂ ਮਾਵਾਂ ਪੁਰਾਣੇ ਬਜ਼ੁਰਗਾਂ ਨੇ ਕਹਿਣਾ ਵਿਧ ਮਾਤਾ ਇਹਨੂੰ ਹਸਾਂਦੀ ਪਈ ਹੈ, ਵਿਧ ਮਾਤਾ ਖਿਡਾਉਂਦੀ ਪਈ ਹੈ। ਭੈਣੋ ਧੀਓ, ਵਿਧ ਮਾਤਾ ਨਹੀਂ ਕੋਈ ਬਾਣੀ ਨੇ ਲਿਖਿਆ। ਮਹਾਰਾਜ ਕਹਿੰਦੇ ਅਸਲ ਵਿੱਚ ਇਹਦੇ ਅੰਦਰ ਹਜੇ ਹੁਣੇ ਹੁਣੇ ਆਇਆ ਨਿਰੰਕਾਰ ਤੋਂ, ਤੇ ਨਾਮ ਨਾਲੋਂ ਲਿਵ ਟੁੱਟੀ ਨੂੰ ਥੋੜੀ ਦੇਰ ਅਜੇ ਹੋਈ ਏ। ਤੇ ਸੁੱਤੇ ਪਿਆਂ ਵੀ ਜਦੋਂ ਇਹਦੀ ਲਿਵ ਨਿਰੰਕਾਰ ਨਾਲ ਜੁੜਦੀ ਹੈ, ਇਹਦਾ ਧਿਆਨ ਪਰਮੇਸ਼ਰ ਨਾਲ ਲੱਗਦਾ ਹੈ, ਤੇ ਇਹਦੇ ਚਿਹਰੇ ਤੇ ਮੁਸਕਰਾਹਟ ਆਉਂਦੀ ਏ, ਖੇੜਾ ਆਉਂਦਾ ਹੈ। ਸੁੱਤੇ ਪਿਆਂ ਦੀ ਲਿਵ ਟੁੱਟਦੀ ਏ, ਮੂੰਹ ਰੋਣ ਵਾਲਾ ਹੋ ਜਾਂਦਾ ਹੈ। ਅਸਲ ਵਿੱਚ ਇਹਦੇ ਅੰਦਰ ਦੇ ਜਿਹੜੇ ਹਾਵ ਭਾਵ ਨੇ ਇਹਦੇ ਚਿਹਰੇ ਤੇ ਪ੍ਰਗਟ ਹੁੰਦੇ ਨੇ। ਲਿਵ ਨਾਲ ਸੰਬੰਧ ਹੈ ਇਹਦੇ ਚਿਹਰੇ ਦਾ, ਇਹਦੇ ਜੀਵਨ ਦਾ। ਟੁੱਟਦੀ ਹੈ ਤੇ ਰੋਣ ਵਾਲਾ ਮੂੰਹ, ਲੱਗਦੀ ਹੈ ਤੇ ਚਿਹਰੇ ਤੇ ਖੇੜਾ ਆਉਂਦਾ ਹੈ, ਅਸਲ ਲਿਵ ਕਰਕੇ ਹੈ। ਇਹਦਾ ਸੰਬੰਧ ਹੀ ਹੋਰ ਕਿਸੇ ਨਾਲ ਕੋਈ ਨਹੀਂ ਹੈ ਇਸ ਵੇਲੇ। ਹੌਲੀ ਹੌਲੀ ਮਹਾਰਾਜ ਕਹਿੰਦੇ ਮਾਇਆ ਦੀ ਖੇਡ ਵੱਡੀ ਹੋਈ ਜਾਂਦੀ ਤੇ ਇਹਦੀ ਲਿਵ ਦੂਰ ਹੋਈ ਜਾਂਦੀ, ਨੀਂਦ ਘਟੀ ਜਾਂਦੀ, ਸੰਸਾਰ ਵਿੱਚ ਇਹ ਤੁਰੀ ਜਾਂਦਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਗ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸੰਜ ਕੀਆ ਕਰਵਾਸ, ਅਠਵੇਂ ਕ੍ਰੋਧ ਹੋਵਾ ਤਨਾਸ, ਨਾਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਵਾ ਸੁਆ, ਗਏ ਸੇ ਗੀਤ ਪੁਕਾਰੀ ਧਾ, ਮੁਗਈ ਨਾ ਖੇਡ। ਦੁੱਧ ਨਾਲ ਪ੍ਰੀਤ ਲੱਗ ਗਈ, ਟੁੱਟ ਗਈ। ਫਿਰ ਪਛਾਣ ਆ ਗਈ ਵੀ ਇਹ ਜਿਹੜੀ ਦੁੱਧ ਦੇਂਦੀ ਹੈ ਨਾ ਮੇਰੀ ਮਾਂ ਹੈ। ਆ ਜਿਹੜਾ ਕਦੀ ਕਦੀ ਆ ਕੇ ਮੇਰੀ ਚਾਰਪਾਈ ਤੇ ਬਹਿ ਜਾਂਦਾ, ਲਾਡੀਆਂ ਪਾਰੀਆਂ ਕਰਦਾ, ਮੇਰਾ ਡੈਡੀ, ਮੇਰਾ ਪਿਓ ਹੈ।
ਮਾਰੀ ਕਿਤੇ ਮਾਂ ਬਾਪ ਦੀ ਸੋਝੀ ਹੋ ਗਈ ਵੀ ਮੇਰੇ ਮਾਂ ਬਾਪ। ਫਿਰ ਹੌਲੀ ਹੌਲੀ ਜਿਹੜੇ ਘਰ ਦੇ ਜੀ ਸਨ ਉਹਨਾਂ ਦੀ ਪਛਾਣ ਹੋਣੀ ਸ਼ੁਰੂ ਹੋ ਗਈ ਵੀ ਤੇਰੀ ਆਂਟੀ ਹੈ, ਤੇਰਾ ਭਰਾ ਹੈ, ਤੇਰੀ ਭੈਣ ਹੈ, ਹੋ ਗਈ ਨਾ ਪਛਾਣ ਜੀਆਂ ਦੀ। ਉਹਨਾਂ ਵੱਲ ਵੇਖਣ ਲੱਗ ਪਿਆ, ਉਹਨਾਂ ਵੱਲ ਬਾਹਾਂ ਉਲਾਰਦਾ। ਜਿਹੜਾ ਵੀ ਕੋਲ ਆਵੇ ਉਪਰਿਆਂ ਕੋਲ ਨਹੀਂ ਜਾਂਦਾ, ਜੇ ਆਪਣਿਆਂ ਦੀ ਪਛਾਣ ਆ ਗਈ। ਮਹਾਰਾਜ ਕਹਿੰਦੇ ਨੇ ਹੱਥੋਂ ਹੱਥ ਨਚਾਈਏ ਵਣਜਾਰਿਆ ਮਿੱਤਰਾ ਜਿਉਂ ਯਸ਼ੋਦਾ ਘਰ ਕਾਨ। ਮਹਾਰਾਜ ਕਹਿੰਦੇ ਜਿਵੇਂ ਕਾਨ ਕ੍ਰਿਸ਼ਨ ਭਗਵਾਨ ਜੀ ਨੂੰ ਖਿਡਾਉਂਦੇ ਸਨ, ਹੱਥੋਂ ਹੱਥ ਚੁੱਕੀ ਫਿਰਦੇ ਨੇ, ਚੁੰਮੀ ਚੱਟੀ ਜਾਂਦੇ ਨੇ, ਲਾਡੀਆਂ ਕਰਦੇ ਨੇ। ਪਛਾਣ ਆ ਗਈ ਹੁਣ ਘਰ ਦੇ ਜੀਆਂ ਨਾਲ ਮੋਹ ਪੈ ਗਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਵੇ ਪਰਿਵਾਰ ਚ ਖਿਲਰ ਗਈ ਨਾ ਸੁਰਤ। ਹੁਣ ਸਾਰਿਆਂ ਨੂੰ ਚੰਗਾ ਲੱਗਦਾ, ਇਹਨੂੰ ਵੀ ਚੰਗੇ ਲੱਗਦੇ ਨੇ ਸਾਰੇ। ਸੁਰਤ ਟੁੱਟਦੀ ਟੁੱਟਦੀ ਮਹਾਰਾਜ ਕਹਿੰਦੇ ਫਿਰ ਪੰਜਵੇਂ ਚੌਥੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਵੇ, ਚੌਥੇ ਪਿਆਰ ਉਹ ਪੰਨੀ ਖੇਡ। ਹੁਣ ਖਿਡੌਣੇ ਲਿਆ ਦਿਓ ਜੀ, ਖੇਡਾਂ ਨਾਲ ਉਲਝਿਆ ਰਹੇ। ਇਹਨਾਂ ਕੰਟਰੀਆਂ 'ਚ ਮੈਂ USA ਵੀ ਵੇਖਿਆ, ਕੈਨੇਡਾ 'ਚ ਵੀ, ਇਹਨਾਂ ਸਾਰੇ ਕੰਟਰੀਆਂ 'ਚ ਹੁਣ ਖਿਡੌਣੇ ਬਾਹਰੋਂ ਘੱਟ ਭਾਵੇਂ ਲਿਆਉਣ ਤੇ ਹੁਣ ਕਾਰਟੂਨ ਜੇ ਲਾ ਕੇ ਮਾਵਾਂ ਬੈਲਟ ਲਾ ਕੇ ਬਿਠਾ ਦਿੱਤੀਆਂ ਕੁਰਸੀ ਤੇ, ਵੀ ਲੈ ਵੇਖਦਾ ਰਹੋ, ਚਿੰਬੜਿਆ ਰਹੋ। ਐਸੀ ਮਾਇਆ ਪੱਕੀ ਬੰਨ ਦਿੱਤੀ ਬੱਚੇ ਨੂੰ, ਬੈਲਟ ਲਾ ਕੇ ਕਾਰਟੂਨ ਲਾ ਕੇ TV ਦੇ ਅੱਗੇ ਹੀ ਸਾਰਾ ਦਿਨ ਬੈਠਾ ਰਹੇ, ਭਾਵੇਂ ਭੁੱਖ ਲੱਗੇ ਤੇ ਰੋਂਦਾ, ਨਹੀਂ ਤੇ ਪੈ ਗਿਆ ਖਿਡੌਣਿਆਂ 'ਚ, ਆਰੇ ਲਾ ਦਿੱਤਾ। ਮਹਾਰਾਜ ਕਹਿੰਦੇ ਚੌਥੇ ਪਿਆਰ ਉਹ ਪੰਨੀ ਖੇਡ। ਹੁਣ ਧਿਆਨ ਖੇਡਾਂ ਵਾਲੇ ਦੇ ਵਾਸਤੇ ਘਰ ਵੀ ਖਿਡੌਣਾ, ਪਰਿਵਾਰ ਵੀ ਖਿਡੌਣਾ, ਛੋਟੀ ਜੀ ਕਾਰ, ਛੋਟਾ ਜਿਹਾ TV, ਛੋਟਾ ਜਿਹੀਆਂ ਸਾਰੀਆਂ ਸਾਈਕਲ, ਛੋਟਾ ਜਿਹਾ ਇਹ ਉਹ ਸਾਰਾ ਕੁਛ ਲਿਆ ਦਿੰਦੇ। ਇਹ ਤੇ ਕਈ ਵਾਰ ਮਾਂ ਨੂੰ ਵੀ ਕਹਿੰਦਾ ਤੂੰ ਖਿਡੌਣਾ ਹੀ ਹੈ, ਪਿਓ ਨੂੰ ਵੀ ਕਹਿੰਦਾ ਤੂੰ ਘੋੜਾ ਬਣ ਤੇਰੇ ਉੱਤੇ ਚੜ੍ਹਨਾ। ਇਹਦੇ ਵਾਸਤੇ ਸਾਰਾ ਕੁਝ ਖਿਡੌਣਾ। ਖੇਡ ਦੀ ਜਦੋਂ ਰੁਚੀ ਹੁੰਦੀ ਉਹਦੇ ਵਿੱਚ ਤੇ ਸਾਰੇ ਕੁਝ ਹੀ ਖਿਡੌਣਾ ਹੈ। ਤੇ ਮੈਂ ਤੇ ਹੈਰਾਨ ਹੁੰਦਾ ਜਿਨ੍ਹਾਂ ਦੀ ਬਿਰਤੀ ਨਾਮ ਵਿੱਚ ਨਹੀਂ, ਰੱਬ ਵਿੱਚ ਨਹੀਂ, ਸਿਮਰਨ ਵਿੱਚ ਨਹੀਂ, ਤੇ ਭਗਤਾਂ ਨੇ, ਰੱਬ ਦੇ ਪਿਆਰਿਆਂ ਨੇ, ਮਹਾਂਪੁਰਖਾਂ ਨੇ ਉਹਨਾਂ ਨੂੰ ਕੋਈ ਸਿਆਣੇ ਨਹੀਂ ਆਖਿਆ। ਬਾਬਾ ਕਬੀਰ ਜੀ ਵਰਗੇ ਮਹਾਂਪੁਰਖਾਂ ਨੇ ਆਖਿਆ ਹਰ ਵਿੱਚ ਹੱਥ ਵਿੱਚ ਮਾਲਾ ਵੀ ਫੜੀ ਹੋਈ, ਕੱਪੜੇ ਵੀ ਵੇਖਣ ਨੂੰ ਧਾਰਮਿਕ ਪਾਏ ਹੋਏ, ਪਰ ਫਿਰ ਵੀ ਰੱਬ ਦੀ ਯਾਦ ਨਹੀਂ, ਧਿਆਨ ਕਿਸੇ ਹੋਰ ਪਾਸੇ ਹੈ। ਮਾਥੇ ਤਿਲਕ ਹੱਥ ਮਾਲਾ ਬੰਨ, ਲੋਗਨ ਰਾਮ ਖਿਲੌਣਾ ਜਨ। ਕਹਿੰਦੇ ਬੱਚਿਆਂ ਦੀ ਖੇਡ ਤੇ ਵੱਖਰੀ ਗੱਲ ਸੀ, ਲੋਕਾਂ ਨੇ ਤੇ ਰਾਮ ਨੂੰ ਵੀ ਖਿਲੌਣਾ ਹੀ ਬਣਾ ਲਿਆ, ਰੱਬ ਨੂੰ ਵੀ ਖੇਡ ਬਣਾ ਲਿਆ, ਰੱਬ ਨੂੰ ਵੀ ਧੰਦਾ ਬਣਾ ਲਿਆ। ਸੱਚੇ ਪਾਤਸ਼ਾਹ ਕਹਿੰਦੇ ਇਹ ਤੇਰੀ ਸਿਆਣੀ ਗੱਲ ਨਹੀਂ ਹੈ, ਇਹ ਤੇ ਬੱਚਿਆਂ ਵਾਲੀ ਖੇਡ ਹੈ ਤੇਰੇ ਅੰਦਰ। ਤੋ ਸੱਚੇ ਪਾਤਸ਼ਾਹ ਕਹਿੰਦੇ ਚੌਥੇ ਪਿਆਰ ਉਹ ਪੰਨੀ ਖੇਡ। ਹੁਣ ਥੋੜਾ ਜਿਹਾ ਵੱਡਾ ਹੋਇਆ, ਆਹ ਚਾਹੀਦਾ ਖਾਣ ਨੂੰ, ਉਹ ਚਾਹੀਦਾ, ਉਹ ਚਾਹੀਦਾ, ਉਹ ਖਾ ਪੀ ਕੇ ਹੁਣ ਜਵਾਨ ਹੋ ਗਿਆ। ਛੇਵੇਂ ਕਾਮ ਨਾ ਪੁੱਛੇ ਜਾਤ, ਹੁਣ ਭੂਤ ਸਵਾਰ ਹੋ ਗਏ, ਰਾਤ ਦਿਨ ਵਿਕਾਰਾਂ 'ਚ ਪੈ ਗਿਆ। ਨਹੀਂ ਕਿਸੇ ਸਿਆਣੇ ਦੀ ਗੱਲ ਸੁਣਦਾ, ਨਾ ਮਾਂ ਦੀ, ਨਾ ਪਿਓ ਦੀ, ਨਾ ਭੈਣ ਦੀ, ਨਾ ਭਰਾ ਦੀ, ਨਾ ਕਿਸੇ ਦੀ। ਰਾਤ ਦਿਨ ਫਲਕਿਆ ਹੋਇਆ ਫਿਰਦਾ, ਰਾਤ ਦਿਨ ਵਿਕਾਰਾਂ 'ਚ ਗਲਤਾਨ ਹੋ ਗਿਆ। ਧੰਨ ਨੇ ਉਹ ਬੱਚੇ, ਉਹ ਬੱਚੀਆਂ, ਉਹ ਧੀਆਂ, ਉਹ ਮੇਰੇ ਬੱਚੇ, ਉਹਨਾਂ ਦੇ ਚਰਨਾਂ ਤੇ ਮੇਰੀ ਨਮਸਕਾਰ ਕਰੋੜਾਂ ਵਾਰ ਹੈ, ਜਿਨ੍ਹਾਂ ਨੂੰ ਗੁਰੂ ਨੇ ਜਵਾਨੀ ਵੀ ਬਖਸ਼ੀ ਹੈ ਤੇ ਜਵਾਨੀ 'ਚ ਅੰਨੇ ਨਹੀਂ ਹੋਏ, ਜਿਨ੍ਹਾਂ ਨੂੰ ਗੁਰੂ ਨੇ ਸੋਝੀ ਬਖਸ਼ੀ ਹੈ ਤੇ ਜਵਾਨ ਉਮਰ ਵਿੱਚ ਵੀ ਗੁਰੂ ਦੇ ਲੜ ਲੱਗੇ ਨੇ, ਨਾਮ ਜਪਦੇ ਨੇ, ਸਿਮਰਨ ਕਰਦੇ ਨੇ, ਸੰਗਤ ਕਰਦੇ ਨੇ, ਭਗਤੀ ਕਰਦੇ ਨੇ, ਜਿਨ੍ਹਾਂ ਦੀ ਮਤ ਨਹੀਂ ਮਾਰੀ ਇਸ ਜਵਾਨੀ ਨੇ। ਧੰਨ ਹਨ ਉਹ ਬੱਚੇ ਬੱਚੀਆਂ, ਧੰਨ ਹਨ ਪਿਆਰਿਓ। ਨਹੀਂ ਤੇ ਇਹ ਤੇ ਬਦੋ ਬਦੀ ਸੰਸਾਰ ਵਿੱਚ ਆ ਕੇ ਇਹ ਮਾਇਆ ਮਤ ਮਾਰ ਦਿੰਦੀ ਕਿਸੇ ਨਾ ਕਿਸੇ ਰੂਪ ਵਿੱਚ। ਤੇ ਸੱਚੇ ਪਾਤਸ਼ਾਹ ਕਹਿੰਦੇ ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸੰਜ ਕੀਆ ਘਰਵਾਸ। ਸਤਵੇਂ ਹੁਣ ਵਿਆਹ ਹੋ ਗਿਆ, ਬੱਚੇ ਹੋ ਗਏ, ਘਰ ਚਾਹੀਦਾ, ਬੱਚਿਆਂ ਵਾਸਤੇ ਉਹ ਚਾਹੀਦਾ, ਬੱਚਿਆਂ ਦੀਆਂ ਪੜ੍ਹਾਈਆਂ ਚਾਹੀਦੀਆਂ। ਹੁਣ ਘਰ ਦੇ ਖਲਾਰਿਆਂ 'ਚ ਪੈ ਗਿਆ, ਹੋਰ ਖਲਾਰਾ ਪੈ ਗਿਆ, ਤੇ ਹੁਣ ਬੱਚੇ ਜਵਾਨ ਹੋ ਗਏ, ਵੱਡੇ ਹੋ ਗਏ, ਆਪ ਬਜ਼ੁਰਗ ਹੋ ਗਿਆ, ਤੇ ਬਾਪੂ ਵੀ ਭਾਵੇਂ ਬਣ ਗਿਆ, ਪਰ ਅਜੇ ਵੀ ਅੰਦਰ ਈਗੋ ਹਉਮੈ ਵੀ ਮੇਰਾ ਹੀ ਹੁਕਮ ਚੱਲੇ ਸਾਰੇ ਪਰਿਵਾਰ ਤੇ, ਘਰ ਦੇ ਜੀ ਮੇਰਾ ਹੀ ਹੁਕਮ ਮੰਨਣ, ਬੱਚੇ ਵੀ, ਘਰ ਵਾਲੇ ਵੀ, ਨੂੰਹਾਂ ਵੀ, ਧੀਆਂ ਵੀ, ਰਿਸ਼ਤੇਦਾਰ, ਜੋ ਮੈਂ ਕਹਾਂ ਉਹੀ ਹੋਵੇ। ਤੇ ਸੱਚੇ ਪਾਤਸ਼ਾਹ ਕਹਿੰਦੇ ਬਾਪੂ ਤੂੰ ਆਪਣਾ ਵਾਜਾ ਬਚਾ ਲਿਆ, ਹੁਣ ਐਵੇਂ ਨਾ ਦਖਲ ਅੰਦਾਜ਼ੀ ਕਰਿਆ ਕਰ। ਫਿਰ ਕ੍ਰੋਧ ਪਿਆ ਕਰਦਾ ਹੈ, ਅੱਠਵੇਂ ਕ੍ਰੋਧ ਹੋਵਾ ਤਨ ਨਾਸ। ਕ੍ਰੋਧ ਕਰੀ ਜਾਂਦਾ, ਗੁੱਸਾ ਕਰੀ ਜਾਂਦਾ ਵੀ ਮੇਰੀ ਗੱਲ ਕਿਉਂ ਨਹੀਂ ਮੰਨਦੇ, ਮੈਂ ਤੁਹਾਡੇ ਵਾਸਤੇ ਉਹ ਕੀਤਾ, ਮੈਂ ਤੁਹਾਡੇ ਵਾਸਤੇ ਆਹ ਕੀਤਾ, ਤੁਸੀਂ ਮੇਰੀ ਕਦਰ ਨਹੀਂ ਜਾਣੀ। ਉਹ ਵੀ ਕਹਿੰਦੇ ਤੂੰ ਕਿਹੜਾ ਅਹਿਸਾਨ ਕੀਤਾ, ਤੇਰਾ ਵੀ ਤੇ ਕੀਤਾ ਹੀ ਸੀ ਕਿਸੇ ਨੇ, ਹੁਣ ਛੱਡ ਖਹਿੜਾ ਸਾਡਾ। ਪਰ ਨਹੀਂ ਛੱਡਦਾ, ਅੰਦਰੋਂ ਮੈਂ ਨਹੀਂ ਛੱਡਦੀ, ਮੈਂ ਨਹੀਂ ਛੱਡਦੀ। ਸਿਆਣੇ ਬਜ਼ੁਰਗ ਨੇ, ਧੰਨ ਨੇ ਉਹ ਬਜ਼ੁਰਗ ਵੀ ਜਿਹੜੇ ਕਹਿੰਦੇ ਪੁੱਤ ਅਸੀਂ ਆਪਣੇ ਫਰਜ਼ ਨਿਭਾਏ ਨੇ,
आ साडा लाइन ते नाम जपण दा सिमरन करता है, तुसीं मौजां करो, काम कर करो। जिथे कोई लोड़ है थोड़ा जिहा लगदा भी समझाउण दी, मत देण लै देण ते वाह भली, नहीं लेंदे ते उन्हां दी मर्जी। ते जे गुस्सा ही करी जाए भी मनदे क्यों नहीं, ते साड़ी जा अपने आप नूं, तूं उन्हां दा की गवाएगा। तो गुरु साहब कहते 8वें क्रोध होवा तन नास, ऐदा सड़ी जांदा नाम तो टुट के, नामे धौले उभे साह। हुण 90 साल के लागे शागे चला गया, साह भी नहीं चंगी तरह आउंदा, तुरिया भी नहीं चंगी तरह जांदा। नैनो नीर बहे तनखीना भये केस दुधवानी, रूह दा कंठ शब्द नहीं उचरे अब क्या करें पुरानी। शरीर कमजोर हो गया, अखां तो पानी वगी जांदा, कन्नां दा सुनना घट गया, नेत्रां तो दिसदा कख नहीं, गोडे तुर रह गए ने, तुरिया नहीं जांदा चंगी तरह, बैठिया नहीं जांदा, खलोता नहीं जांदा, वेखिया नहीं जांदा चंगी तरह। ते सच्चे पातशाह कहंदे साह भी नहीं चंगी तरह आउंदा, हुण हालत ये हो गई। ते फिर उदों बाद की है तुहाडे सामने ही है। 10वें दत्ता होवा सुआ, किसी ने साड़ दिता, किसी ने जल प्रवाह करता, किसी ने कुछ मुक गई खेड। कौन पुछदा थोड़े चिर बाद, मेरा ख्याल तीजी बब्बल ते धन वो बच्चे ने जिन्होंने दूजी तीजी पीढ़ी तक ना चेते होने, बहुतिਆਂ ਨੂੰ ਤੇ दूजी की पीढ़ी ना भुल जाते दादियां बाबियां, कौन चेते करता है। गुरु साहब कहते संसार विच गवाच गया, ते विरले विरले ऐसे हैं जिन्होंने सोझी आ गई, गुरु जी कोल आए, गुरु वाले बने, महापुरखों की संगत विच आए। जी की करिए, चले जाना दिसदा है, तुरिया जाता है संसार। माँ बाप चले गए ने, भैन भरा तुरे जाते ने, दोस्त मित्र तुरे जाते ने, संसार जाई जाता जे। ये जीवन सफल किवें होवे, फिर वो नाम की खेड की जांच दसदे, फिर गुरु वाला बनता है। फिर स्रोत मैं बेनती कर रहा सा, ये जिहड़ा कैरियर है, जिहड़े शब्द ने गुरु नानक दे घर अंदर 5 प्यारियां राही नाम की दात बख्शीश हुंदी, ते उदों फिर गुरु के सिखां नूं 5 प्यारे नितनेम बख्शते ने, मूल मंत्र बख्शते ने, गुर मंत्र बख्शते ने। सारी खेड दा तुहानूं पता है, जिन्हां ने अंमृत छकिया है, जिन्हां ने दात लई है। ते ओ जिहड़ा गुर मंत्र है, वो 4 अखरां दा नाम भी सानूं बख्शिया, मूल मंत्र बख्शते, नितनेम बख्शते। ते फिर महाराज कहते वाहे गुरु गुर मंत्र है जप हो में कोई, ये कीर्तन नाम है। ते जदों कोई सिख लगातार पहला रसना नाल जपण लग पे, करदियां करदियां स्रोत उहदी गहरी हो जाए ते सुरत शब्द नूं फड़ ले। ते जदों सुरत शब्द नूं फड़ लैंदी है, हौली हौली सुरत टिकण लग पैंदी। दास ने विरले विरले फिर शरीर दसिया सी, बेनती कीती सी, ऐसे दास की नज़र च बहुते नहीं, उंगलां ते गिने जाने वाले हैं जिन्हां दी फिर समाधि शुरू हो जाती। समाधि का मतलब शरीर तो डिटैच हो जाती, बैठे ने सिमरन विच, नाम विच, शरीर का चेता भुल गया, शब्द नूं इन्ना फड़ लिया सुरत ने भी शरीर कित्थे बैठा है याद नहीं रह। कई बार लत्तां भी सौ जांदियां, पैर सौ जाते हैं, सुरत टिक गई नाम विच, चेता भुल गया, शरीर तो डिटैच हो गए, समय का भी चेता भुल गया। उन्होंने महाराज बाणी च कहते समाधि की आरंभता, ये सुरत की समाधि शुरू हो गई। इदां दे सिख विरले विरले भैणां बच्चियां भी विरलियां वरलियां हैं, जिन्हां दी सुरत शब्द नाल अटैच होके संसार तो डिटैच होंदी। ये जिहड़ा ध्यान है, इंज मानो उस वेले 9 दरवाजे, जिहड़ियां 9 गोलकां साडियां ने ना, आ खुलियां ने, बाहर 9 सुराख जिहड़े शरीर नूं, इहनूं 9 दरवाजे महाराज ने कहे। सच्चे पातशाह कहते 9 दरवाजे प्रगट, 9 द्वारे प्रगट किए, 10वां गुप्त रखा। ये 9 प्रगट ने, 9 खुले ते 9 बाहर नूं खुले। ते महाराज जी कहते असल विच सारियां दा ध्यान जिहड़ा, जिहड़ी सुरत है, जिहड़ा मन है, इन्हां 9 राही खिंडदा बाहर, इन्हां रवां राही बाहर नूं जांदा। ते महाराज सच्चे पातशाह कहते प्रेमियां, आ जिहड़े 9 तेरे खुले ने, वो ते तैनूं पता है, उहदां दा तूं वेख लिया सारा कुछ, पर 10वां सारी जिंदगी बंद ही रह जाएगा। क्योंकि मैं तो नहीं कहता, सतगुरु बाणी च कहते 10वां गुप्त रखाया, इसका मतलब है कोई 10वां जिहड़ा गुप्त है। ते साध संगत जी मुआफी दिओ, लखां करोड़ां लोग उदां ही मर जाते हैं जिन्हां दा 10वां गुप्त चला जाता। लखां करोड़ां लोग उंज ही मर जाते हैं जिन्हां नूं 10वें की खबर नहीं जे हुंदी। लखां करोड़ां लोग उदां ही खा पी के, उदां ही जिंदगी गवा के चले जाते हैं जिन्हां नूं 10वें का नहीं जे पता लगता।
पर आ जिहड़ी खेड अंदर दी है, जिथों टुटे हो नाम तो, वो ते सच्चे पातशाह कहंदे ने 9 दरवाजे नवें दर फीके, रस 10वें अमृत चोईजे। वो तो 24 आवर 24 घंटे उत्थे अनहद शब्द बचे दिन राती श्री गुरु ग्रंथ साहिब जी की बाणी आ। वो कहते जिहड़ा नाम तेनों निरंकार ने दिता है वो तो 24 घंटे 10वें विच चल रहे है। पर फर्क इन्ना पै गया प्रेमियां, जिवें इस गुरुद्वारा साहिब विच आपां बैठे हैं, कीर्तन होए, कथा हो रही है, जिहड़ा कोई मान लो इत्थों थोड़ी दूर है, जिन्होंने नहीं पता, हुण तुसीं कहो कि कीर्तन होया, कथा होई, कहे तुसीं झूठ बोलदे हो, कित्थे कीर्तन होया, मैं भी लागे सी। उनको तू उस अरेंज तो बाहर सी, जिथे कीर्तन तक दी आवाज़ पहुँचती सी, उत्थे उहदे कोल नहीं सी, दूर सी थोड़ा जिहा। सच जाने महाराज कहते नाम ये अंदर 24 आवर 24 घंटे चल रहा है, धुन नाम की बंद नहीं हुई, उहदे नालों लिव टुटी है। तो सच्चे पातशाह कहते भलिया सुनदी तेनों इस करके नहीं, तू उस घर के नेड़े नहीं पहुंचया, उस घर के कोल नहीं गया, उस घर की खबर नहीं है तेनों। तो आ सारी साधना नाम दी, आ जपन दी जो कर रहे हैं, इसे वास्ते है प्यारिओ, सियाणे बैठे हो साइंटिफिकली ये जिहड़ी साडी एनर्जी है। फिर अगले दिन च बेनती करांगा, समा आग्या नहीं दिंदा, 2-4 मिनट कह दें पौड़ी दे अखरी अर्थ। ये जिहड़ी साडी एनर्जी है, शरीर की शक्ति है, ये बाहर नूं नवां राही वेस्ट हो रही, अखां राही, कन्नां राही, ये सारे जितने इंद्रे हैं बाहर नूं 9 दरवाजे जिहड़े खुले, साडी ऊर्जा, साडी एनर्जी सारी बाहर नूं वेस्ट हो रही है, गवाच रही। जदों तुसीं नाम जपते हो, जदों तुसीं ध्यान नाल सिमरन करते हो जां बाणी पढ़ते हो, तो वो जिहड़ी सारी एनर्जी है, सारी ऊर्जा है, ये पिन पॉइंट हो के एक सुरत ते शब्द के धुन विच ध्यान विच लग के वो सारी शक्ति एक थां ते इकट्ठी होण लग पैंदी। सारी जिन्नी शक्ति बाहर नूं जांदी है वो सारी एक थां ते इकट्ठी होण लग पैंदी, एक थां ते ध्यान लगन लग पैंदा। ते सारी जिहड़ी नौवां चों जिहड़ी शक्ति वेस्ट हुंदी सी, जिहड़ी ऊर्जा वेस्ट हुंदी सी, एक थां ते आउण लग पैंदी। जदों एक थां ते सारी शक्ति नवां चों इकट्ठी हो के आउण लग पैंदी है, फिर जिहड़ी सुरत है ये अंदर नूं चढ़दी, ये काहदे च जांदी है, ये फिर कल नूं बेनती करांगा। ये फिर जदों सुनन दी कला अंदर हो गई तो फिर जिहड़ी सुरत है, महाराज ने श्री गुरु ग्रंथ साहिब कोई एक भी वचन ऐसा नहीं करांगा जिहड़ा श्री गुरु ग्रंथ साहिब जी विच ना हो। फिर जिहड़ी सुरत है इकट्ठी हो के एड़ा, पिंगला, सुखमना, ये तिन्हां दा जिक्र कीता बाणी। ਇਹ ਜਿਹੜੀਆਂ ਸਾਡੀਆਂ ਨਾਸਕਾਂ ਨੇ, ਲੈਫਟ ਤੇ ਰਾਈਟ ਜਿਹੜਾ ਸਰਾਖ ਨੇ ਦੋ, ਏੜਾ ਤੇ ਪਿੰਗਲਾ ਆਖਿਆ, ਇਹਦਾ ਜਿਹੜਾ ਸੈਂਟਰ ਹੈ ਇਹਦੇ ਵਿੱਚ ਇੱਕ ਨਾੜੀ ਹੈ, ਇਹ ਜਿਹੜੀ ਉੱਪਰ ਨੂੰ ਜਾਂਦੀ ਹੈ, ਅੱਜ ਨੂੰ ਅਸੀਂ ਤਾਲੂ ਕਹਿੰਦੇ ਆ, ਇਹਦੇ ਥੱਲੇ 10ਵਾਂ ਦਵਾਰ ਦੱਸਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ, ਇੱਥੇ ਤੱਕ ਸੁਖਮਨਾ ਜਾਂਦੀ ਹੈ। ਇਹ ਜਿਹੜੀ ਸੁਰਤ ਹੈ ਜਦੋਂ ਇਕਾਗਰ ਹੁੰਦੀ ਹੈ, ਇਕੱਠੀ ਹੁੰਦੀ ਹੈ, ਫਿਰ ਇਹ ਸੁਖਮਨਾ 'ਚ ਪ੍ਰਵੇਸ਼ ਕਰਦੀ, ਸਾਰੇ ਸਰੀਰ 'ਚੋਂ ਨਵਾਂ 'ਚੋਂ ਨਿਕਲ ਕੇ इस सुखमना च प्रवेश करती है। यदियां बेनतियां मैं जरूर कल करांगा कुछ कह के, क्योंकि गल ध्यान की चलती, गल सुनन की चलती। तो सुनना कितना क गहरा चाहिए, सुनना की है, पहला बाहर का सुनना है, फिर हसना बंद हो गई तां सुनना है, फिर सुरत ने सुरत शब्द परचा करे है, धुन में ध्यान, ध्यान में जानिया है, फिर जानन की कला जिहड़ी है वो किवें है, वो कल नूं कुछ बेनतियां करांगा कि किवें जिहड़ी है सारे शरीर चों नवां चों इकट्ठी होकर सुरत इंगड़ा एड़ा पिंगला तो भी अगे होकर सुखमना च प्रवेश करके ऊपर नूं चढ़दी है। थोड़ा जिहा बेनती गुरु ग्रंथ साहिब की बाणी मुताबिक करांगा। आओ सतगुरु सच्चे पातशाह करे, फिर कहंदे जिन्हों किते सुनन की कला आ जाए, सतगुरु जी जिन्हों सुखा देण, फिर उहदे च बहुत वड्डियां शक्तियां आटोमैटिकली अपने आप ही शब्द की कला नाल, शब्द के जाप नाल, शब्द के सुनन नाल, शब्द के ध्यान नाल आउणियां शुरू हो जांदियां हन। तो महाराज सच्चे पातशाह कहंदे सुनिया ईश्वर ब्रह्मा इंद, हुण वड्डे देवते हैं, इन्हां तिन्हां नूं संसार दे सब तो वड्डे मनिया गया देवते है, तो बनाए हुए उहदे ही ने। पर मारे किते भलिया ये दिन सोझी आ जाएगी, वो शक्तियां तेनों मिल जाएगियां, पता लग जाएगा सारी खेड की है। तो मारे कहते सुने मुख सलाहण मंद, जेड़े नाम सुनन लग पैंदे, बाणी सुनन लग पैंदे, जिन्हां नूं सुनन दी कला आ जांदी, भावें उन्हां दा जीवन मंदा होवे,
ਪਹਿਲਾਂ ਜੀਵਨ ਉਹਨਾਂ ਦਾ ਭੈੜਾ ਹੋਵੇ, ਜੀਵਨ ਸਵਰ ਜਾਂਦਾ, ਜੀਵਨ ਸ਼ੁੱਧ ਹੋ ਜਾਂਦਾ। ਉਹਨਾਂ ਦਾ ਮੁਖ ਜਿਹੜਾ ਭੈੜੇ ਪਦਾਰਥ ਪਹਿਲਾਂ ਖਾਂਦਾ ਸੀ, ਉਹਨਾਂ ਦਾ ਮੂੰਹ ਜਿਹੜਾ ਰਾਤ ਦਿਨ ਭੈੜਾ ਬੋਲਦਾ ਸੀ, ਸੱਚੇ ਪਾਤਸ਼ਾਹ ਕਹਿੰਦੇ ਨਿਰੰਕਾਰ ਦੀ ਸਿਫਤ ਵਿੱਚ ਲੱਗ ਜਾਂਦਾ ਹੈ, ਨਿਰੰਕਾਰ ਦੀ ਵਡਿਆਈ ਵਿੱਚ ਲੱਗ ਜਾਂਦਾ ਹੈ। ਮੁੱਖ ਸਲਾਹਣ ਸਿਰਫ ਸਲਾਹ ਕਰਨ ਲੱਗ ਪੈਂਦਾ, ਜਿਹੜੇ ਮੰਦੇ ਮਨੁੱਖ ਵੀ ਹਨ। ਇਹ ਸੁਣਨ ਦੀ ਕਲਾ ਜਿਨ੍ਹਾਂ ਨੂੰ ਸਤਿਗੁਰੂ ਬਖਸ਼ ਦੇਣ। ਸੁਣਿਆ ਜੋਗ ਜੁਗਤ ਤਨ ਭੇਦ, ਮਾਰੇ ਕਹਿੰਦੇ ਆ ਜਿਹੜੇ ਜੋਗੀ ਵੱਡੇ ਵੱਡੇ ਯੋਗ ਸਾਧਨਾ ਨਾਲ ਕਈ ਤਰ੍ਹਾਂ ਦੇ ਸਾਧਨ ਕਰਕੇ ਜਿਹੜੀਆਂ ਸ਼ਕਤੀਆਂ ਪ੍ਰਾਪਤ ਕਰਦੇ ਸਨ, ਉਹ ਨਾਮ ਦੇ ਸੁਤੇ ਸਿੱਧ ਹੀ ਨਾਮ ਸੁਣਨ ਵਾਲਿਆਂ ਨੂੰ, ਜਪਣ ਵਾਲਿਆਂ ਨੂੰ, ਬਾਣੀ ਗੁਰੂ ਦੀ ਸੁਣਨ ਵਾਲਿਆਂ ਤੇ ਜਪਣ ਵਾਲਿਆਂ ਨੂੰ ਸੁਭਾਵਕ ਹੀ ਉਹ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ। ਉਹ ਸੁਭਾਵਕ ਹੀ ਸ਼ਬਦ ਸਿੱਧੀ ਹੋ ਜਾਂਦੀ ਹੈ, ਸੁਭਾਵਕ ਹੀ ਉਹਨਾਂ ਦੀ ਰਸਨਾ ਤੇ ਪਰਮੇਸ਼ਰ ਵਸਣ ਜਾਂਦਾ ਹੈ। ਹਮਾਰੇ ਨੇ ਆਖਿਆ ਨਾ, ਪ੍ਰਭ ਜੀ ਵਸੇ ਸਾਧ ਕੀ ਰਸਨਾ। ਐਸੇ ਸਾਧੂ ਰੱਬ ਦੀ ਬੰਦਗੀ ਵਾਲੇ ਜਿਹੜੇ ਸੁਭਾਵਕ ਹੀ ਪਰਮੇਸ਼ਰ ਦੀ ਸ਼ਕਤੀ ਨੂੰ ਰਸਨਾ ਤੇ ਵਸਣ ਲੱਗ ਪੈਂਦੇ। ਮਹਾਰਾਜ ਇੱਥੋਂ ਤੱਕ ਲਿਖਿਆ ਜਿਹੜੇ ਸੰਪੂਰਨ ਪੁਰਖ ਨੇ, ਉਹ ਤੇ ਮਹਾਰਾਜ ਕਹਿੰਦੇ ਸਾਰੀ ਧਰਤੀ ਨਾਸ਼ ਹੋ ਜਾਏ, ਚੰਦਰਮਾ ਨਾਸ਼ ਹੋ ਜਾਏ, ਆਕਾਸ਼ ਨਾਸ਼ ਹੋ ਜਾਏ, ਸੂਰਜ ਨਾਸ਼ ਹੋ ਜਾਏ, ਸਾਰੇ ਬ੍ਰਹਿਮੰਡ ਨਾਸ਼ ਹੋ ਜਾਣ, ਪਰ ਇੱਕ ਸਾਧ ਬਚਨ ਅਟਲਾ ਦਾ ਆਖਿਆ। ਕਹਿੰਦੇ ਦੁਨੀਆ ਦੀਆਂ ਸਾਰੀਆਂ ਕਲਾ ਫੇਲ ਹੋ ਸਕਦੀਆਂ, ਪਰ ਜੇ ਕਿਸੇ ਪੂਰਨ ਪੁਰਖ ਮਹਾਂਪੁਰਖ ਦੀ ਰਸਨਾ ਤੋਂ ਕੋਈ ਬੋਲ ਨਿਕਲ ਜਾਏ, ਉਹ ਐਵੇਂ ਨਹੀਂ ਜਾਂਦਾ, ਕਦੀ ਖਾਲੀ ਨਹੀਂ ਜਾਂਦਾ। ਇਹ ਨਾਮ ਦੀ ਸ਼ਕਤੀ ਹੈ, ਪਰਮੇਸ਼ਰ ਦੀ ਭਗਤੀ ਦੀ ਸ਼ਕਤੀ ਹੈ, ਪਰਮੇਸ਼ਰ ਦੀ ਬਖਸ਼ਿਸ਼ ਸ਼ਕਤੀ ਹੈ। ਮਹਾਰਾਜ ਕਹਿੰਦੇ ਉਹ ਜੋਗ ਜੁਗਤ ਤਨ ਭੇਦ, ਐਸੀਆਂ ਤਨ ਦੇ ਅੰਦਰ ਭੇਦ ਜਿਹੜਾ ਹੈ ਸਾਰੇ ਤਰ੍ਹਾਂ ਦਾ ਲੱਗ ਜਾਂਦਾ ਹੈ। ਮੈਂ ਪਿਛਲੇ ਦਿਨਾਂ 'ਚ ਵੀ ਬੇਨਤੀ ਕੀਤੀ ਸੀ, ਕਿੱਡੀ ਅਜੀਬ ਗੱਲ ਹੈ। ਇਹ ਤੇ ਡਾਕਟਰਾਂ ਦਾ ਸਵਾਲ ਹੈ ਵੀ ਸਰੀਰ 'ਚ ਆਂਤੜੀਆਂ ਕਿੰਨੀਆਂ, ਪਰ ਲਿਖਿਆ ਬਾਣੀ 'ਚ ਕਿੰਨੀਆਂ ਨੇ। ਕਈਆਂ ਨੇ 72 ਕਰੋੜ ਤੇ ਕੁਝ ਲਿਖੀਆਂ, ਕਈਆਂ ਨੇ 72,000 ਲਿਖੀਆਂ। ਰਹੋ ਵਿਚਾਰ ਕਹਿਣ ਦਾ, ਇਹ ਤੇ ਉਹਨਾਂ ਨੇ ਜਿਨ੍ਹਾਂ ਨੇ ਵੇਖਿਆ ਅੰਦਰ ਕੀ ਸਾਰਾ ਕੁਝ। ਤੋ ਇਹ ਸੱਚੇ ਪਾਤਸ਼ਾਹ ਕਹਿੰਦੇ ਅੰਦਰੋਂ ਵੀ ਭੇਦ ਮਹਾਰਾਜ ਲਾ ਦਿੰਦੇ ਨੇ। ਸੁਣਿਆ ਸ਼ਾਸਤ ਸਿਮਰਤ ਵੇਦ, ਜਿਹੜਾ ਸਿਮਰਤੀਆਂ ਦਾ, ਸ਼ਾਸਤਰਾਂ ਦਾ, ਵੇਦਾਂ ਦਾ ਗਿਆਨ ਹੈ, ਨਾਮ ਜਪਣ ਵਾਲਿਆਂ ਨੂੰ, ਭਜਨ ਕਰਨ ਵਾਲਿਆਂ ਨੂੰ ਸੁਤੇ ਸਿੱਧ ਹੀ ਉਹ ਫੁਰ ਪੈਂਦਾ। ਅੰਦਰੋਂ ਆਪ ਗਿਆਨ ਸੱਚੇ ਪਾਤਸ਼ਾਹ ਪ੍ਰਗਟ ਕਰ ਦਿੰਦੇ ਨੇ। ਤੋ ਮਹਾਰਾਜ ਇਹਦੇ 'ਚ ਫਿਰ ਬਖਸ਼ਿਸ਼ ਕਰਨੇ ਲਾਸਟ ਪੰਕਤੀਆਂ 'ਚ ਵੀ ਜਿਹੜੇ ਭਗਤੀ ਕਰਨ ਵਾਲੇ ਹਨ, ਨਾਮ ਜਪਣ ਵਾਲੇ ਹਨ, ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ, ਮਾਰੀ ਕਹਿੰਦੇ ਉਹਨਾਂ ਨੂੰ ਸਦਾ ਖੇੜਾ ਹੋ ਜਾਂਦਾ, ਸਦਾ ਆਨੰਦ ਹੋ ਜਾਂਦਾ, ਸਦਾ ਮੌਜ ਆ ਜਾਂਦੀ, ਸਦਾ ਵਿਗਾਸ ਹੁੰਦਾ ਤੇ ਸਾਰੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ। ਇੱਕ ਮੈਂ ਸਪੈਸ਼ਲ ਬੇਨਤੀ ਸਾਰਿਆਂ ਨੂੰ ਜ਼ਰੂਰ ਕਰਾਂਗਾ, ਜਿਹੜੇ ਰੱਬ ਦੀ ਪ੍ਰੀਤ ਵਾਲੇ ਜਿੰਨੇ ਤੁਸੀਂ ਬੈਠੇ, ਜਿਹੜੇ ਅਭਿਆਸੀ ਨੇ, ਨਾਮ ਜਪਦੇ ਨੇ, ਉਹਨਾਂ ਦੇ ਚਰਨਾਂ 'ਚ ਵੀ ਇਹ ਜਿਹੜੀਆਂ ਖਾਸ ਕਰਕੇ ਸੁਣਿਆਂ ਦੀਆਂ ਤੇ ਮੰਨਿਆਂ ਦੀਆਂ ਪੌੜੀਆਂ, ਮੇਰੀ ਰਿਕੁਐਸਟ ਹੈ ਕਿ ਬਹੁਤ ਜ਼ਰੂਰੀ ਹੋਵੇ ਤੇ ਗੱਲ ਵੱਖਰੀ, ਪਰ ਨਹੀਂ, ਕੋਸ਼ਿਸ਼ ਕਰੋ ਵੀ ਨਾ ਕਰੋ, ਕਿਉਂਕਿ ਕਰਨਾ ਤੇ ਗੁਰੂ ਸਾਹਿਬ ਨੇ ਆਪ ਕਰਾਉਣਾ। ਪਰ ਜੇ ਸੋਝੀ ਆ ਜਾਏ, ਸਮਝ ਲੱਗ ਜਾਏ, ਪਤਾ ਲੱਗ ਜਾਏ ਅੰਦਰ ਦੀ ਸੁਰਤ ਸ਼ਬਦ ਦੀ ਖੇਡ ਦਾ, ਫਿਰ ਜੇ ਗੁਰੂ ਕਿਰਪਾ ਕਰੇ ਅੰਦਰ ਚਾਹ ਜਾਗੇ ਤੇ ਮਨੁੱਖ ਕਰ ਲੈਂਦਾ। ਜੋ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕਰਾਂਗਾ। ਯਤਨ ਕਰੋ ਭਈ, ਕੋਸ਼ਿਸ਼ ਕਰੀਏ ਰੂਟੀਨ ਵਿੱਚ ਆਪਾਂ ਸਰਵਣ ਕਰੀਏ ਤੇ ਬਹੁਤਾ ਲਾਭ ਹੋਵੇਗਾ, ਕਿਉਂਕਿ ਇਹ ਤੇ ਇੱਕ ਅਵਸਥਾ ਹਨ ਸਾਰੀਆਂ, ਸਹਿਜ 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 ਸਹਿਜ। ਜੇ ਵਿੱਚੋਂ ਕੋਈ ਵੀ ਸੀਨ ਕੱਟਿਆ ਗਿਆ ਜਾਂ ਕੋਈ ਗੱਲ ਨਾ ਪਤਾ ਲੱਗਾ ਅੰਦਰੋਂ, ਤੇ ਫਿਰ ਅਸੀਂ ਸੋਚਣਾ ਵੀ ਹੁਣ ਇੱਥੇ ਕੀ ਹੋਵੇਗਾ, ਇੱਥੇ ਕੀ ਹੋਵੇਗਾ, ਇਹ ਨਹੀਂ ਪਤਾ ਲੱਗਦਾ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਯਤਨ ਕਰੋ ਵੀ, ਕੋਸ਼ਿਸ਼ ਕਰੋ ਮਿਸ ਨਾ ਹੋਏ। ਥੋੜ੍ਹਾ ਜਿਹੜੇ ਖਾਸ ਕਰਕੇ ਸੁਣਿਆਂ ਤੇ ਮੰਨਿਆਂ ਦੀਆਂ ਪੌੜੀਆਂ ਹਨ, ਇਹਨਾਂ 'ਚ ਬਿਨਾਂ ਨਾਗਾ ਯਤਨ ਕਰੀਏ ਆਪਾਂ ਵੀ ਥੋੜ੍ਹਾ ਜਿਹਾ ਧਿਆਨ ਨਾਲ ਬੈਠਣ ਦਾ, ਤੇ ਬਹੁਤਾ ਲਾਭ ਹੋਵੇਗਾ। ਗੁਰੂ ਸਾਹਿਬ ਕਿਰਪਾ ਕਰੇ ਵੀ ਆਪਾਂ ਨਾਮ ਦੀ ਮਹਿਮਾ ਸੁਣ ਕੇ ਤੇ ਮੰਨਣ